Good to see thee, everybody. Bless you. Praise the Lord. ਪ੍ਰਭੂ ਦਾ Yeah, ਧੰਨਵਾਦ। it's good to be on. ਪ੍ਰਭੂ ਦੀ ਵਡਿਆਈ ਕਰਦੇ ਹਾਂ ਅੱਜ ਦੇ ਫੇਰ ਉਹਦੀ ਨਵੀਂ ਕਿਰਪਾ ਵਾਸਤੇ, ਉਹਦੇ ਇਸ ਨਵੇਂ ਦਿਨ ਵਾਸਤੇ। Amen. ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਇਹ ਸਾਰਿਆਂ ਨਾਲੋਂ ਵੱਡੀ ਗਵਾਹੀ ਆ ਕਿ ਅੱਜ ਆਪਾਂ ਇਸ ਦੁਨੀਆ ਦੇ ਵਿੱਚ ਜੀਂਦੇ ਹਾਂ। That's right. ਅੱਜ ਸਵੇਰੇ ਵੀ ਕਿਸੇ ਨੂੰ ਸੁਣਦੀ ਸੀ, ਉਹ ਵੀ ਇਹੀ ਕਹਿੰਦੇ ਸੀ, ਕਹਿੰਦੇ ਬਹੁਤ ਸਾਰੇ ਲੋਕ ਅੱਜ ਦਾ ਦਿਨ ਦੇਖਣਾ ਚਾਹੁੰਦੇ ਸੀਗੇ ਪਰ ਉਹ ਦੇਖ ਨਹੀਂ ਸਕੇ। Yes, right. Yes. ਪਰ ਜਿਨ੍ਹਾਂ ਕੋਲ ਹੈਗਾ ਆ, ਆਪਾਂ ਉਹਨਾਂ ਵਾਸਤੇ ਧੰਨਵਾਦ ਕਰਦੇ ਹਾਂ। ਆਪਾਂ ਆਪਣੇ ਜੀਵਨ ਲਈ ਧੰਨਵਾਦ ਕਰਦੇ ਹਾਂ, ਪਿਤਾ ਨੇ ਆਪਣੇ ਤੇ ਕਿਰਪਾ ਕੀਤੀ ਤੇ ਸਾਨੂੰ ਅੱਜ ਬੈੱਡ 'ਚੋਂ ਉਠਾ ਲਿਆ ਤੇ ਹੁਣ ਤੱਕ ਸੰਭਾਲ ਕੇ ਰੱਖਿਆ। Amen. ਆਮੇਨ। ਸੋ ਆਪਾਂ ਜਦੋਂ ਵੀ ਜੀਂਦੇ ਹਾਂ ਪਰਮੇਸ਼ਰ ਦੀ ਮਰਜ਼ੀ ਨੂੰ ਪੁੱਛਣਾ ਚਾਹੀਦਾ। ਕਈ ਵਾਰੀ ਅਸੀਂ ਇੱਦਾਂ ਹੀ ਦੇਖਦੇ ਹੁੰਦੇ ਹਾਂ, ਅੱਜ ਇੱਕ ਹੋਰ ਦਿਨ ਹੋ ਤੇ ਮੈਂ ਅੱਜ ਇਸ ਦਿਨ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨੇ, ਕੀ ਕਰਨਾ। ਜ਼ਰੂਰ ਉਹ ਕੰਮ ਕਰਨੇ ਪੈਂਦੇ ਆ ਤੇ ਕਰਨੇ ਵੀ ਚਾਹੀਦੇ ਆ, ਪਰ ਫਿਰ ਵੀ ਆਪਾਂ ਪ੍ਰਭੂ ਜੀ ਦਾ ਧੰਨਵਾਦ ਵੀ ਕਰ ਸਕਦੇ ਤੇ ਕਹਿ ਵੀ ਸਕਦੇ ਅੱਜ ਸਾਡੀ ਮਦਦ ਕਰੋ ਕਿ ਅਸੀਂ ਇਸ ਦਿਨ ਦੇ ਵਿੱਚ ਕਿਸੇ ਦੀ ਵੀ ਹੈਲਪ ਕਰ ਸਕੀਏ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਅੱਜ ਤੁਹਾਡੀ ਹੈਲਪ ਦੀ ਲੋੜ ਆ, ਮਦਦ ਦੀ Amen. ਲੋੜ ਆ। Amen. ਸੋ ਪਿਤਾ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਆ ਤੇ ਅਸੀਂ ਦੂਜਿਆਂ ਤੇ ਵੀ ਕਿਰਪਾ ਕਰ ਸਕੀਏ। ਪਿਤਾ ਪਰਮੇਸ਼ਰ ਨੇ ਸਾਨੂੰ ਇਹ ਦਿਨ ਦਿੱਤਾ, ਪਿਆਰ ਦਿੱਤਾ ਤੇ ਅਸੀਂ ਵੀ ਦੂਜਿਆਂ ਨੂੰ ਉਹ ਪਿਆਰ ਦੇ ਸਕੀਏ। That's Amen. right. Yes. ਸੋ ਆਪਾਂ ਆਪਣੀ ਮਰਜ਼ੀ ਨਾਲ ਜੀਂਦੇ ਨਹੀਂ ਹੈਗੇ, ਜਾਂ ਇਸ ਕਰਕੇ ਨਹੀਂ ਕਰਕੇ ਆਪਾਂ ਬਹੁਤ ਧਰਮੀ ਬਣ ਗਏ ਹਾਂ, ਇਸ ਕਰਕੇ ਨਹੀਂ ਕਰਕੇ ਅਸੀਂ ਬਹੁਤ ਚੰਗੇ ਕੰਮ ਕਰ ਲਏ, ਇਸ ਕਰਕੇ ਜੀਂਦੇ ਹਾਂ, ਇਸ ਕਰਕੇ ਪਿਤਾ ਨੇ ਸਾਡੇ ਨਾਲ ਪਿਆਰ ਕੀਤਾ ਕਿਉਂਕਿ ਉਹ ਪਿਆਰ ਵਾਲਾ Amen. ਤੇ ਦਇਆ ਵਾਲਾ ਪਰਮੇਸ਼ਰ ਆ। That's right. ਸੋ ਆਪਾਂ ਆਪਣੇ ਕੰਮਾਂ ਦੇ ਉੱਤੇ ਭਰੋਸਾ ਨਹੀਂ ਰੱਖਦੇ ਪਰ ਉਹਦੀ ਦਇਆ ਤੇ ਭਰੋਸਾ ਰੱਖਦੇ ਹਾਂ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਉਹਨਾਂ ਦੇ ਵਚਨ ਦੇ ਵਿੱਚ ਵਾਅਦਾ ਹੈ ਕਿ ਜਿੱਥੇ ਵੀ 2 ਜਾਂ 3 ਮੇਰੇ ਨਾਂ ਦੇ ਵਿੱਚ, ਯਿਸੂ ਮਸੀਹ ਦੇ ਨਾਂ ਦੇ ਵਿੱਚ, ਮੇਰੇ ਨਾਂ ਦੇ ਵਿੱਚ ਨਹੀਂ, ਯਿਸੂ ਮਸੀਹ ਦੇ ਨਾਂ ਵਿੱਚ, Yes, that's right. ਜਿੱਥੇ ਵੀ ਇਕੱਠੇ ਹੋਣਗੇ ਉੱਥੇ ਮੈਂ ਆ। ਤੇ ਅੱਜ ਉਹ ਸਾਡੇ ਵਿੱਚ ਆ, ਚਾਹੇ ਆਪਾਂ ਇੱਕ ਦੂਏ ਤੋਂ ਅਲੱਗ ਆ, ਪਰ ਜਿੱਥੇ ਵੀ ਆਪਾਂ ਹੈਗੇ ਆ ਉਹ ਹਰ ਵੇਲੇ ਆਪਣੇ ਨਾਲ ਆ। ਆਮੇਨ। ਸੋ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਤੇ ਤੁਹਾਡੇ ਅੱਗੇ ਰਿਕੁਐਸਟ ਵੀ ਕਰਦੇ ਹਾਂ ਕਿ ਆਹ ਲਿੰਕ ਤੁਸੀਂ ਆਪਣੇ ਜਿੰਨੇ ਵੀ ਪਿਆਰੇ ਆ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਆ ਕਿ ਅੱਜ ਇਹ ਸੁਨੇਹਾ ਜਾਵੇ, ਤੁਸੀਂ ਉਹਨਾਂ ਨੂੰ ਸੁਨੇਹਾ ਜ਼ਰੂਰ ਪਹੁੰਚਾਵੋ। ਕਈ ਵਾਰੀ ਮੈਂ ਗਵਾਹੀ ਸੁਣਦੀ ਹੁੰਦੀ ਆ, ਉਹ ਕਹਿੰਦੇ ਹੁੰਦੇ ਅਸੀਂ ਲਿੰਕ ਭੇਜਦੇ ਆ ਜਾਂ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਹਾਂ ਵਰਡ ਜਾਂ ਪ੍ਰਭੂ ਦਾ ਵਚਨ, ਉਹ ਸੁਣਦੇ ਨਹੀਂ। ਪਰ ਬਹੁਤ ਭੈਣ ਭਰਾ ਹੈਗੇ ਆ ਜਿਹੜੇ ਬਹੁਤ ਧਿਆਨ ਨਾਲ ਵੀ ਸੁਣਦੇ ਆ। ਸੋ ਪ੍ਰਭੂ ਦਾ ਵਚਨ ਦੱਸਦਾ, ਸਵੇਰ ਨੂੰ ਵੀ ਬੀਜ, ਰਾਤ ਨੂੰ ਵੀ ਬੀਜ, ਆਪਣਾ ਹੱਥ ਰੋਕ ਨਾ ਬੀਜੀ ਚੱਲ, ਪਤਾ ਨਹੀਂ ਕਿਹੜਾ ਬੀ ਉੱਗ ਖੜੇ। ਸੋ ਆਪਾਂ ਪ੍ਰਭੂ ਦੇ ਵਚਨਾਂ ਦਾ ਬੀ ਦੀ ਗੱਲ ਕਰ ਰਹੇ ਹਾਂ ਇਸ ਵੇਲੇ, ਉਹ ਬੀਜੀ ਜਾਣੇ ਆ। Amen. ਉਗਾਉਣਾ ਆਪਣਾ ਕੰਮ ਨਹੀਂ ਹੈਗਾ, That's right. ਉਹ ਪਰਮੇਸ਼ਰ ਦਾ ਕੰਮ ਆ। ਪਰ ਤੁਸੀਂ ਪ੍ਰਾਰਥਨਾ ਕਰਕੇ ਇਹ ਲਿੰਕ ਦੂਜਿਆਂ ਦੇ ਨਾਲ ਵੰਡੋ, ਸ਼ੇਅਰ ਕਰੋ, ਤਾਂ ਕਿ ਉਹ ਲੋਕ ਵੀ ਪ੍ਰਭੂ ਦਾ ਵਚਨ ਸੁਣ ਸਕਣ। ਹੋ ਸਕਦਾ ਤੁਹਾਡੇ ਸਾਹਮਣੇ ਕਹਿੰਦੇ ਹੋਣ, ਨਹੀਂ ਉਹਨੇ ਸੁਣਿਆ, ਪਰ ਕਿਤੇ ਨਾ ਕਿਤੇ ਪਵਿੱਤਰ ਆਤਮਾ ਜੀ ਨੇ ਉਹਨਾਂ ਦੇ ਦਿਲਾਂ ਨੂੰ ਘਾਇਲ ਕਰਨਾ ਆ ਤੇ ਉਹਨੇ ਸੁਣ ਲੈਣਾ ਆ। ਆਮੇਨ। ਸੋ ਤੁਸੀਂ ਜ਼ਰੂਰ ਇਸ ਲਿੰਕ ਨੂੰ ਸ਼ੇਅਰ ਕਰਨਾ ਤੇ ਆਪਣੇ ਬੀ ਬੀਜਣੇ ਆ, ਤੇ ਜਿਹੜਾ ਬੀ ਬੀਜਦਾ ਆ ਉਹ ਮਗਰੋਂ ਵਾਢੀ ਵੀ ਕਰਦਾ ਆ ਚੰਗੇ ਫਲਾਂ ਦੀ। Amen. Amen. ਉਹ ਕਹਿੰਦਾ ਬੀਜਣ ਨੂੰ ਬੀ ਮੈਂ ਆਪ ਦਿੱਤਾ ਤੇ ਉਹਦਾ ਮੈਂ ਵਾਧਾ ਵੀ ਕਰਦਾ ਆ। ਪ੍ਰਭੂ ਨੇ ਤੁਹਾਨੂੰ ਵਚਨ ਦਿੱਤਾ ਅੱਜ, ਤੇ ਤੁਸੀਂ ਹੁਣ ਬੀਜਣਾ ਆ ਤੇ ਆਪੇ ਹੀ ਪ੍ਰਭੂ ਨੇ ਉਹਦਾ ਵਾਧਾ ਕਰ ਦੇਣਾ ਹੈ। ਪ੍ਰੇਜ਼ ਦ ਲਾਰਡ। ਆ ਜਾਓ ਆਪਾਂ ਇਬਰਾਨੀਆਂ, ਹੀਬਰੂਸ ਇੰਗਲਿਸ਼ ਦੇ ਵਿੱਚ ਕਹਿੰਦੇ, ਇਬਰਾਨੀਆਂ ਪੰਜਾਬੀ ਚ ਕਹਿੰਦੇ, ਪਿੱਛੇ ਜਾ ਕੇ ਨਿਊ ਟੈਸਟਮੈਂਟ ਦੇ ਵਿੱਚ ਕਿਤਾਬ ਆ ਤੇ ਉਹਦਾ ਪਹਿਲਾ ਚੈਪਟਰ, ਉਹਦਾ ਫਸਟ ਚੈਪਟਰ ਤੇ ਫਸਟ ਤੋਂ ਲੈ ਕੇ 11 ਤੱਕ ਆਪਾਂ ਪੜਾਂਗੇ। ਇਬਰਾਨੀਆਂ ਚੈਪਟਰ ਪਹਿਲਾ ਤੇ ਉਹਦੀ 1 ਤੋਂ ਲੈ ਕੇ 11 ਆਇਤ ਤੱਕ। ਠੀਕ ਆ ਜੀ। ਹੀਬਰੂਸ ਚੈਪਟਰ 1 verse 1 until 11। ਆ ਜਾਓ ਆਪਾਂ ਸਾਰੇ ਜਣੇ ਪੜ੍ਹਦੇ ਹਾਂ। ਹੋ ਸਕਦਾ ਤੁਹਾਡੇ ਕੋਲ ਬਚਨ ਬਾਈਬਲ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਜ਼ਰੂਰ ਕੱਢ ਲਓ। ਮੈਂ ਤਾਂ ਹੀ ਕਈ ਵਾਰੀ 2-3 ਵਾਰੀ ਰਿਪੀਟ ਕਰ ਦਿੰਦੀ ਹੁੰਦੀ ਆ ਵੀ ਤੁਹਾਨੂੰ ਟਾਈਮ ਮਿਲ ਜਾਵੇ ਉਸ ਬਚਨ ਨੂੰ ਕੱਢਣ ਦਾ। Amen. Amen. ਇੱਥੇ ਇੱਦਾਂ ਲਿਖਿਆ, ਪੁੱਤਰ ਦੂਤਾਂ ਨਾਲੋਂ ਉੱਤਮ ਹੈ। ਪਰਮੇਸ਼ਰ ਨੇ ਜਿਨ ਪਿਛਲੀਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ
ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾਂ ਵਸਤਾਂ ਦਾ ਵਾਰਿਸ ਬਣਾਇਆ, ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ। ਉਹ ਉਸ ਦੇ ਤੇਜ ਦਾ ਪ੍ਰਤਿਬਿੰਬ ਅਤੇ ਉਸ ਦੀ ਜਾਤ ਦਾ ਨਕਸ਼ ਹੋ ਕੇ ਆਪਣੇ ਸਮਰਥਾ ਦੇ ਵਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਔਰ ਪਾਪਾਂ ਨੂੰ ਸਾਫ਼ ਕਰਕੇ ਪਰਮ ਧਾਮ ਵਿੱਚ ਸ਼੍ਰੀ ਵਾਹਿਗੁਰੂ ਜੀ ਦੇ ਸੱਜੇ ਪਾਸੇ ਵਿਰਾਜਮਾਨ ਹੋਏ। ਉਹ ਦੂਤਾਂ ਨਾਲੋਂ ਇੰਨਾ ਕੁ ਉੱਤਮ ਹੋਏ ਜਿੰਨਾ ਕੁ ਉਹਨੇ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ, ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ਰ ਨੇ ਕਿਹਨੂੰ ਕਦੀ ਆਖਿਆ, ਹੇ ਮੇਰਾ ਪੁੱਤਰ, ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਿਵਾਇਆ ਹੈ। Amen. ਅਤੇ ਫਿਰ ਇਹ ਮੈਂ ਉਹਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਅਤੇ ਜਦ ਉਸ ਪਲੋਠੇ ਨੂੰ ਸੰਸਾਰ ਵਿੱਚ ਫੇਰ ਲਿਆਉਂਦਾ ਹੋਵੇਗਾ ਤਾਂ ਕਹਿੰਦਾ ਹੈ, ਪਰਮੇਸ਼ਰ ਦੇ ਸਭੇ ਦੂਤ ਉਹਨੂੰ ਮੱਥਾ ਟੇਕਣ, ਅਤੇ ਉਹ ਦੂਤਾਂ ਦੇ ਵਿਖੇ ਆਖਦਾ ਹੈ, ਉਹ ਆਪਣੀਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਨੂੰ ਅਗਨ ਦੀਆਂ ਲਾਟਾਂ ਬਣਾਉਂਦਾ ਹੈ। ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੋ ਜੁਗ ਪਰਮੇਸ਼ਰ ਹੈ, ਅਤੇ ਸਦਿਆਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ। ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਤੇਰੇ ਪਰਮੇਸ਼ਵਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ। ਅਤੇ ਇਹ ਵੀ, ਹੇ ਪ੍ਰਭੂ, ਤੈਂ ਆਦਿ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ। ਉਹ ਨਾਸ਼ ਹੋ ਜਾਣਗੇ, ਪਰ ਤੂੰ ਅਟਲ ਰਹਿੰਦਾ ਹੈ। ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਪ੍ਰਭੂ ਯਿਸੂ ਮਸੀਹ ਜੀ ਆਪਣੇ ਵਚਨ ਪੜ੍ਹੇ ਜਾਣ ਦੇ ਉੱਤੇ ਬਰਕਤ ਪਾਵੇ। Amen. ਆਮੀਨ। Amen. ਅੱਜ ਆਪਾਂ ਪ੍ਰਾਰਥਨਾ ਕਰੀਏ ਤੇ ਫਿਰ ਪ੍ਰਾਰਥਨਾ ਤੋਂ ਬਾਅਦ ਆਪਾਂ ਪਾਸਟਰ ਜੀ ਨੂੰ ਪੁੱਛਦੇ ਹਾਂ ਕਿ ਉਹ ਪ੍ਰਭੂ ਜੀ ਦਾ ਵਚਨ ਅੱਜ ਕਿੱਦਾਂ ਸਾਨੂੰ ਲੈ ਕੇ ਆਏ। Amen. ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਇਸ ਵੇਲੇ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਤੇ ਤੁਹਾਡੀ ਬਰਕਤ ਮੰਗਦੇ ਹਾਂ ਕਿ ਤੁਸੀਂ ਆਓ ਤੇ ਸਾਨੂੰ ਆਪਣੀ ਬਰਕਤ ਦੇ ਵਿੱਚ ਸ਼ਾਮਲ ਕਰੋ। ਤੇ ਪਿਤਾ ਪਰਮੇਸ਼ਰ ਜੀ, ਜੋ ਵੀ ਤੁਹਾਡੀ ਯੋਜਨਾ ਹੈ ਇਸ ਵੇਲੇ ਉਹ ਪੂਰੀ ਹੋਵੇ। ਤੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ, ਤੁਹਾਡੀ ਮਹਿਮਾ ਕਰਦੇ ਹਾਂ, ਕਿਉਂਕਿ ਤੁਸੀਂ ਮਹਿਮਾ ਦੇ ਲਾਇਕ ਹੋ। ਸੋ ਪ੍ਰਭੂ ਜੀ, ਜਿੰਨੇ ਵੀ ਅਸੀਂ ਅੱਜ ਇਕੱਠੇ ਹੋਏ ਹਾਂ ਤੁਹਾਡੀ ਆਵਾਜ਼ ਸੁਣਨ ਵਿੱਚ ਕਾਲੇ ਹੋਈਏ। ਅਸੀਂ ਇਹ ਸਭ ਕੁਝ ਆਪਣੇ ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੀਨ। Thank you. Sorry, bell ਖੜਕ ਰਹੀ ਹੈ। Okay. Okay, praise the Lord. ਬਹੁਤ ਖੁਸ਼ੀ ਆ ਆਪਾਂ ਬਹੁਤ ਖੁਸ਼ੀ ਆ ਆਪਾਂ ਅੱਜ ਫੇਰ ਬਚਨ ਵੰਡਣ ਲੱਗੇ ਆ ਤੇ ਇਹਦੇ ਨਾਲ ਆਪਾਂ ਦੇਖਦੇ ਹਾਂ ਬਈ ਪ੍ਰਭੂ ਸਾਨੂੰ ਕੀ ਸਿਖਾ ਰਿਹਾ ਹੈ। ਬਹੁਤ ਇੰਪੋਰਟੈਂਟ ਸਬਜੈਕਟ ਆ, ਮੇਰੇ ਖਿਆਲ ਸਾਰਿਆਂ ਨਾਲੋਂ ਇੰਪੋਰਟੈਂਟ ਇਹ ਸਬਜੈਕਟ ਆ। ਇਹ ਕੀ ਆ ਵੀ ਇੱਕ ਚਾਬੀ ਸਾਨੂੰ ਮਿਲਦੀ ਆ ਜਿਹਦੇ ਨਾਲ ਅਸੀਂ ਫਤਿਹ ਪਾ ਸਕਦੇ ਹਾਂ, ਜਿਹਦੇ ਨਾਲ ਅਸੀਂ ਹਰ ਵੇਲੇ ਵਿਕਟਰੀ ਪਾ ਸਕਦੇ ਹਾਂ। ਇਸ ਕਰਕੇ ਬਹੁਤ ਖੁਸ਼ੀ ਵਾਲੀ ਗੱਲ ਆ ਜਦੋਂ ਅਸੀਂ ਦੇਖਦੇ ਹਾਂ ਇਹ ਬਚਨ ਦੇ ਵਿੱਚ ਕੀ ਲਿਖਿਆ, ਬਚਨ ਸਾਨੂੰ ਕੀ ਦੱਸ ਰਿਹਾ। ਇਸ ਚਾਬੀ ਸਾਡੇ ਕੋਲ ਦੁਨੀਆ ਖੋਹਣੀ ਚਾਹੁੰਦੀ ਆ, ਇਹ ਚਾਬੀ ਸਾਡੇ ਕੋਲ ਸ਼ੈਤਾਨ ਖੋਹਣੀ ਚਾਹੁੰਦਾ ਆ, ਜਾਂ ਉਹਨੂੰ ਅਸੀਂ ਇੱਦਾਂ ਦੀ ਬਣਾਉਂਦੇ ਆ ਬਈ ਜਿਹੜੀ ਕਿਸੇ ਕੰਮ ਦੀ ਨਾ ਹੋਵੇ। ਓਕੇ, ਪਰ ਜਦੋਂ ਸਾਨੂੰ ਪਤਾ ਲੱਗਣ ਲੱਗ ਪੈਂਦਾ ਬਈ ਸਾਡੇ ਕੋਲ ਇੱਕ ਇੱਦਾਂ ਦੀ ਚਾਬੀ ਆ, ਇੱਕ ਇੱਦਾਂ ਦੀ ਸ਼ਕਤੀ ਆ ਜਿਹੜੀ ਅਸੀਂ ਯੂਜ਼ ਕਰ ਸਕਦੇ ਹਾਂ ਤੇ ਫਤਿਹ ਪਾ ਸਕਦੇ ਹਾਂ। ਸੋ ਅੱਜ ਆਪਾਂ ਦੇਖਣਾ ਆ ਤੇ ਆਪਾਂ ਨੂੰ ਕੀ ਪ੍ਰਭੂ ਦਿਖਾ ਰਿਹਾ ਆ। ਤੇ ਜੇ ਤੁਸੀਂ ਬਹੁਤ ਈਜ਼ੀ ਵਰਤਣੀ ਤੇ ਸੱਚੀ ਤੁਸੀਂ ਇੱਕ ਰਿਜ਼ਲਟਸ ਦੇਖਣ ਲੱਗਣਾ ਤੁਹਾਡੇ ਜੀਵਨ ਦੇ ਵਿੱਚ, ਤੁਸੀਂ ਇੱਕ ਫਤਿਹ ਪਾਉਣ ਲੱਗਣਾ ਜਿਹੜੀ ਨੋਰਮਲੀ ਅਸੀਂ ਪਾ ਨਹੀਂ ਸਕਦੇ ਹੈਗੇ। ਸੋ ਇਹ ਆਪਾਂ ਨੂੰ ਦੇਖਣ ਦੀ ਜ਼ਰੂਰਤ ਹੈ ਜੋ ਆਪਾਂ ਅੱਜ ਦੇਖਣ ਲੱਗੇ ਹਾਂ ਪ੍ਰਭੂ ਦੇ ਬਚਨ ਦੇ ਵਿੱਚੋਂ। ਸੋ ਇਹ ਜਿਹੜੀ ਲਿੰਕ ਆ ਤੁਸੀਂ ਦੂਸਰਿਆਂ ਨੂੰ ਭੇਜਣੀ ਆ, ਜਿੰਨੇ ਵੀ ਤੁਹਾਡੇ ਕੋਲ ਕੰਟੈਕਟਸ ਹੈਗੇ ਆ ਸਾਰਿਆਂ ਨੂੰ ਇਹ ਲਿੰਕ ਭੇਜਣੀ ਆ ਬਈ ਲੋਕੀ ਇਹ ਪਾਉਣ ਲੱਗਣ, ਇਹਨਾਂ ਚੱਲਣ ਲੱਗਣ ਤੇ ਉਹ ਵੀ ਸ਼ਕਤੀ ਪਾ ਸਕਣ, ਉਹ ਵੀ ਇੱਕ
ਪ੍ਰਭੂ ਦੇ ਕੋਲ ਚਾਬੀ ਲੈ ਸਕਣ, ਜਿਹਦੇ ਹਰੇਕ ਚੀਜ਼ ਉੱਤੇ ਜਿੰਨਾ ਫਤਿਹ ਪਾ ਸਕਦੇ ਆ। ਸੋ ਪ੍ਰਭੂ ਦੀ ਵਡਿਆਈ ਹੋਵੇ। ਸਾਨੂੰ ਇੱਕ ਦਿਖਾ ਰਿਹਾ ਕੁਛ ਜਿਹਦੇ ਨਾਲ ਅਸੀਂ ਫਤਿਹ ਪਾ ਸਕਦੇ, ਜਿਹਦੇ ਨਾਲ ਅਸੀਂ ਜੀਵਨ ਖੁਸ਼ੀ ਵਾਲਾ ਰਹਿ ਸਕਦੇ ਹਾਂ। ਓਕੇ, ਇਹ ਚਾਬੀ ਜਿਹੜੀ ਆ ਯਿਸੂ ਮਸੀਹ ਸਾਨੂੰ ਦੱਸਦੇ ਆ, ਬਾਈਬਲ ਸਾਨੂੰ ਦੱਸਦੀ ਆ, ਤੇ ਉਹਦੇ ਬਾਰੇ ਆਪਾਂ ਦੇਖਣ ਲੱਗੇ ਆ। ਤੇ ਇਹ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਆਪਾਂ ਇੱਕ ਆਇਤ ਪਹਿਲਾਂ ਪੜਾਂਗੇ। ਇਹ ਪਹਿਲਾ ਚੈਪਟਰ ਪ੍ਰਕਾਸ਼ ਦੀ ਪੋਥੀ ਤੇ ਉਹਦੀ 18ਵੀਂ ਆਇਤ ਆਪਾਂ ਦੇਖਦੇ ਹਾਂ। ਉਹਦੇ ਵਿੱਚ ਜੋ ਬਚਨ ਦੇ ਵਿੱਚ ਆਪਣੇ ਵਾਸਤੇ ਲਿਖਿਆ ਹੈ, ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਚੈਪਟਰ, ਦ ਬੁੱਕ ਆਫ ਰੈਵਲੇਸ਼ਨ ਚੈਪਟਰ 1 ਵਰਸ 18। ਦ ਬੁੱਕ ਆਫ ਰੈਵਲੇਸ਼ਨ ਅਖੀਰਲੀ ਕਿਤਾਬ ਆ ਤੁਹਾਡੀ ਬਾਈਬਲ ਦੇ ਵਿੱਚ, ਤੇ ਉਹਦਾ ਪਹਿਲਾ ਹੀ ਚੈਪਟਰ ਤੇ ਉਹਦੀ 18ਵੀਂ ਆਇਤ ਸੁਰਿੰਦਰ ਆਪਣੇ ਵਾਸਤੇ ਪੜ੍ਹੋਗੇ। ਸੌਰੀ ਆ, ਥੋੜੀ ਡਿਸਟਰਬੈਂਸ ਆ ਗਈ ਸੀਗੀ, ਤੇ ਕੋਈ ਨਹੀਂ, ਆਪਾਂ ਫੇਰ ਪ੍ਰਭੂ ਦੇ ਵਿੱਚ ਜੁੜਦੇ ਹਾਂ। ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਚੈਪਟਰ ਤੇ ਉਹਦੀ 18ਵੀਂ ਆਇਤ ਵਿੱਚ ਇੱਦਾਂ ਲਿਖਿਆ, ਅਤੇ ਜਿਉਂਦਾ ਹਾਂ ਮੈਂ, ਮੁਰਦਾ ਸਾਂ, ਔਰ ਵੇਖ ਮੈਂ ਜੁਗੋ ਜੁਗ ਜਿਉਂਦਾ ਹਾਂ, ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਆਮੇਨ, ਆਮੇਨ। ਇੱਥੇ ਯਿਸੂ ਮਸੀਹ ਬੋਲ ਰਹੇ ਆ, ਤੇ ਉਹ ਸਾਨੂੰ ਦੱਸਦਾ ਜਿਹੜੀਆਂ ਚਾਬੀਆਂ, ਜਿਹੜੀਆਂ ਕੁੰਜੀਆਂ, ਉਹ ਯਿਸੂ ਮਸੀਹ ਦੇ ਕੋਲ ਆ। ਆਮੇਨ। ਕਿ ਜਿਹੜੇ ਵੀ ਡੋਰ ਤੁਹਾਡੇ ਵਾਸਤੇ ਖੁੱਲਦੀ ਨਹੀਂ ਹੈਗੀ, ਜਿਹੜੀ ਵੀ ਪ੍ਰੋਬਲਮ ਹੈ ਇਸ ਵੇਲੇ ਉਹਦੇ ਵਾਸਤੇ ਚਾਬੀ ਲੱਭਦੀ ਨਹੀਂ ਹੈਗੀ, ਯਿਸੂ ਮਸੀਹ ਦੇ ਕੋਲ ਆ। ਆਮੇਨ। ਤੇ ਇਹ ਆਪਾਂ ਦੇਖਣ ਲੱਗਣਾ, ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਯਿਸੂ ਮਸੀਹ ਸਾਡੇ ਵਾਸਤੇ ਕਿੰਨਾ ਕੁਛ ਕਰ ਗਿਆ ਆ। ਤੇ ਇੱਥੇ ਉਹ ਦੱਸਦਾ ਆ ਨਰਕਾਂ ਦੀਆਂ ਚਾਬੀਆਂ, ਓਕੇ, ਸਵਰਗਾਂ ਦੀਆਂ ਚਾਬੀਆਂ, ਇੱਥੇ ਡਿਪਰੈਸ਼ਨ, ਓਪਰੇਸ਼ਨ ਦੀਆਂ ਚਾਬੀਆਂ ਸਾਰੀਆਂ ਯਿਸੂ ਮਸੀਹ ਦੇ ਕੋਲ ਆ। ਪਰ ਅਸੀਂ ਉਹਨਾਂ ਦਾ ਫਾਇਦਾ ਕਿੱਦਾਂ ਉਠਾ ਸਕਦੇ ਹਾਂ? ਪਹਿਲਾਂ ਆਪਾਂ ਦੇਖਾਂਗੇ ਵੀ ਉਹ ਸਾਨੂੰ ਦੱਸਦਾ ਸਾਡੇ ਕੋਲ ਹੈਗੀਆਂ, ਤੇ ਫਿਰ ਅਸੀਂ ਦੇਖਾਂਗੇ ਅਸੀਂ ਕਿੱਦਾਂ ਇਹਨਾਂ ਨੂੰ ਬਚ ਸਕਦੇ ਹਾਂ, ਫਿਰ ਕਿੱਦਾਂ ਅਸੀਂ ਇਸ ਫਤਿਹ ਵਾਲੇ ਜੀਵਨ ਦੇ ਵਿੱਚ ਰਹਿ ਸਕਦੇ ਹਾਂ, ਜਿੱਥੇ ਸਾਨੂੰ ਗਾਰੰਟੀ ਕੋਈ ਵੀ ਸਾਨੂੰ ਨਾਕਾਂ ਵਿੱਚੋਂ ਬਚਾ ਨਹੀਂ ਸਕਦਾ ਹੈਗਾ, ਪਰ ਜਿਹਦੇ ਕੋਲ ਚਾਬੀਆਂ ਆ ਉਹ ਬਚਾ ਸਕਦਾ। ਆਮੇਨ। ਸੋ ਇੱਥੇ ਆਪਾਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ, ਬੁੱਕ ਆਫ ਰੈਵਲੇਸ਼ਨ ਚੈਪਟਰ 3 verse 7 and 8। ਹਾਂਜੀ, ਰੈਵਲੇਸ਼ਨ ਚੈਪਟਰ 3 verse 7 and 8। ਪ੍ਰਕਾਸ਼ ਦੀ ਪੋਥੀ ਉਹਦਾ ਤੀਜਾ ਚੈਪਟਰ ਤੇ ਉਹਦੀ 7 ਤੇ 8 ਆਇਤ ਵਿੱਚ ਇੱਦਾਂ ਲਿਖਿਆ, ਫਿਲਦਲਫੀਏ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਵੀ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਤ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲ੍ਹਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲ੍ਹਦਾ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਬੂਹਾ, ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ, ਧਰਿਆ ਹੈ। ਇਸ ਲਈ ਜੋ ਤੈਨੂੰ ਕੁਝ ਸਮਰਥਾ ਹੈ, ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ। ਆਮੇਨ। ਆਮੇਨ। ਸੋ ਇੱਥੇ ਯਿਸੂ ਮਸੀਹ ਦੱਸ ਰਿਹਾ ਆ ਵੀ ਜਿਹੜੀਆਂ ਇਹ ਚਾਬੀਆਂ, ਜਿਹੜੀਆਂ ਪਰਮੇਸ਼ਰ ਨੇ ਵਾਅਦਾ ਕੀਤਾ ਸੀਗਾ, ਉਹ ਕਹਿੰਦਾ ਸੀ ਦਾਊਦ ਦੇ ਖਾਨਦਾਨ ਦੇ ਵਿੱਚੋਂ ਇਹ ਚਾਬੀਆਂ ਮਿਲਣਗੀਆਂ, ਉਹ ਉਹਨਾਂ ਦੇ ਕੋਲ ਹੋਣਗੀਆਂ। ਤੇ ਹੁਣ ਯਿਸੂ ਮਸੀਹ ਦੱਸਦਾ ਆ ਕਰਕੇ ਯਿਸੂ ਮਸੀਹ ਦਾਊਦ ਦੇ ਖਾਨਦਾਨ ਦੇ ਵਿੱਚੋਂ ਹੋਇਆ, ਤੇ ਉਹ ਕਹਿੰਦਾ ਵੀ ਚਾਬੀਆਂ ਉਹਦੇ ਕੋਲ ਆ। ਸੋ ਇਹ ਜਿਹੜੀ ਕਹਿੰਦਾ ਜੇ ਕੋਈ ਥੋੜਾ ਵੀ ਜਿਹਾ ਵੀ ਜ਼ੋਰ ਹੈਗਾ ਆ, ਉਹ ਵੀ ਸ਼ਕਤੀ ਪਾ ਸਕਦਾ ਇਹ ਚਾਬੀਆਂ ਦੇ ਨਾਲ। ਬਹੁਤ ਲੋਕੀ ਚਾਬੀਆਂ ਟੋਲਦੇ ਆ, ਉਹ ਕਹਿੰਦੇ ਵੀ ਭਗਤੀ ਦੇ ਵਿੱਚ ਹੋਣੀਆਂ, ਉਹ ਕਹਿੰਦੇ ਵੀ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਕੁਛ ਫਤਿਹ ਪਾ ਲਵਾਂਗੇ ਉਦੋਂ ਹੋਣਗੀਆਂ। ਪਰ ਇੱਥੇ ਅਸੀਂ ਦੇਖਦੇ ਹਾਂ, ਤੇ ਆਪਾਂ ਜਦੋਂ ਇਹਨੂੰ ਸਟੱਡੀ ਕਰਕੇ ਦੇਖਣਾ, ਜਿੰਨੇ ਵੀ ਮੇਰੀ ਆਵਾਜ਼ ਨੂੰ ਅੱਜ ਸੁਣ ਰਹੇ ਆ, ਤੁਸੀਂ ਇੱਕ ਨਵਾਂ ਚਾਬੀ ਯੂਜ਼ ਕਰ ਸਕਦੇ ਆ, ਤੁਸੀਂ ਇੱਕ ਨਵੀਂ ਸ਼ਕਤੀ ਜੀਵਨ ਦੇ ਵਿੱਚ ਯੂਜ਼ ਕਰ ਸਕਦੇ ਆ। ਬਹੁਤ ਸਕਾਲੀ ਆ, ਇਹਨੂੰ ਟੈਸਟ ਆਊਟ ਵੀ ਕਰਕੇ ਦੇਖ ਸਕਦੇ ਆ, ਜਿਹੜਾ ਸਾਨੂੰ ਉਦੋਂ ਹੀ ਸਬੂਤ ਆਉਣ ਲੱਗ ਪੈਂਦਾ ਮਿੰਟਾਂ ਦੇ ਵਿੱਚ ਹੀ, ਵੀ ਹਾਂ ਇਹਦੇ ਵਿੱਚ ਸ਼ਕਤੀ ਹੈਗੀ ਆ, ਹਾਂ ਇਹ ਸੱਚੀ ਕੰਮ ਕਰਦਾ ਆ। ਇੱਕ ਚੀਜ਼ ਜਿਹੜੀ ਅਸੀਂ ਟਰਾਈ ਆਊਟ ਕਰਕੇ ਦੇਖ ਸਕਦੇ ਆ। ਸੋ ਜ਼ਰੂਰ ਇਹਦੇ ਨਾਲ ਸਾਡੇ ਨਾਲ ਸਟੱਡੀ ਕਰਨੀ, ਇਹਦੇ ਵਿੱਚ ਰਹਿਣਾ, ਤੇ ਆਪਾਂ ਦੇਖਾਂਗੇ ਫਿਰ ਅਸੀਂ ਸ਼ਕਤੀ ਦੇ ਵਿੱਚ, ਜਦੋਂ ਵੀ ਅਸੀਂ ਦੁੱਖ ਤਕਲੀਫ ਵਿੱਚ ਦੀ ਜਾ ਰਹੇ ਹਾਂ, ਜਦੋਂ ਵੀ ਅਸੀਂ ਫੀਅਰ, ਡਰ ਦੇ ਵਿੱਚ ਜਾ ਰਹੇ ਹਾਂ, ਜਦੋਂ ਵੀ ਅਸੀਂ ਬਿਮਾਰੀਆਂ ਦੇ ਵਿੱਚ ਜਾ ਰਹੇ ਹਾਂ, ਜਦੋਂ ਵੀ ਅਸੀਂ ਘਸਮੈਣ ਦੇ ਵਿੱਚ ਜਾ ਰਹੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਅਸੀਂ ਉਦੋਂ ਇਹ ਚਾਬੀ ਵਰਤ ਸਕਦੇ ਹਾਂ। ਸੋ ਇੱਥੇ
ਜਿਹੜਾ ਮੈਂ ਕਹਿੰਦਾ ਸੀ ਦਾਊਦ ਦੇ ਬਾਰੇ ਲਿਖਿਆ ਸੀਗਾ, ਉਹ ਯੇਸ਼ਾਇਆ ਦੀ ਕਿਤਾਬ ਦੇ ਵਿੱਚ ਬੁੱਕ ਆਫ ਆਇਜ਼ਾਇਆ ਚੈਪਟਰ 22 ਵਰਸ 22। ਹਾਂਜੀ ਆਇਜ਼ਾਇਆ ਚੈਪਟਰ 22 ਵਰਸ 22। ਜਸ਼ਾਇਆ ਇਹ ਓਲਡ ਟੈਸਟਮੈਂਟ ਦੇ ਵਿੱਚ ਆ, ਉਹਦਾ 22ਵਾਂ ਚੈਪਟਰ ਤੇ ਉਹਦੀ 22ਵੀਂ ਆਇਤ ਵਿੱਚ ਇਦਾਂ ਲਿਖਿਆ, ਮੈਂ ਉਹਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ, ਤਾਂ ਉਹ ਖੋਲੇਗਾ ਔਰ ਕੋਈ ਬੰਦ ਨਾ ਕਰੂਗਾ, ਅਤੇ ਉਹ ਬੰਦ ਕਰੂਗਾ ਔਰ ਕੋਈ ਖੋਲੇਗਾ ਵੀ ਨਹੀਂ। ਆਮੀਨ। ਕੋਈ ਵੀ ਜਿੰਦਾ ਹੈ ਨਹੀਂ ਹਮ, ਜਿਹੜਾ ਯਿਸੂ ਮਸੀਹ ਖੋਲ ਨਹੀਂ ਸਕਦਾ ਹੈਗਾ। ਹਮ, ਜਦ ਇੱਕ ਵਾਰੀ ਉਹ ਬੰਦ ਕਰ ਦਿੰਦਾ, ਕੋਈ ਖੋਲ ਨਹੀਂ ਸਕਦਾ ਹੈਗਾ। ਆਮੀਨ। ਦੇਖੋ ਕਿੰਨੀ ਅਜੀਬ ਗੱਲ ਆ ਹਮ, ਕਿ ਜੇ ਯਿਸੂ ਮਸੀਹ, ਕੋਈ ਵੀ ਦਰਵਾਜ਼ਾ ਇਦਾਂ ਦਾ ਹੈ ਨਹੀਂ, ਕੋਈ ਵੀ ਪਲੇਸ ਇਦਾਂ ਦਾ ਹੈ ਨਹੀਂ ਜਿੱਥੇ ਯਿਸੂ ਮਸੀਹ ਨਹੀਂ ਖੋਲ ਸਕਦਾ, ਪਰ ਜਦੋਂ ਉਹ ਬੰਦ ਕਰ ਦਿੰਦਾ ਆ ਤੇ ਕੋਈ ਖੋਲ ਨਹੀਂ ਸਕਦਾ ਹੈਗਾ। ਆਮੀਨ। ਸੋ ਇੱਥੇ ਅਸੀਂ ਦੇਖਦੇ ਹਾਂ ਸਾਨੂੰ ਇਹਦੇ ਵਿੱਚੋਂ ਕਿੱਦਾਂ ਫਾਇਦਾ ਹੋਊ, ਅਸੀਂ ਇਹਦੇ ਵਿੱਚੋਂ ਕਿੱਦਾਂ ਫਤਿਹ ਪਾ ਸਕਦੇ ਹਾਂ। ਹਮ, ਸੋ it is given to everyone this revelation। ਇਹ ਜਿਹੜੀ ਪ੍ਰਕਾਸ਼ ਆ, ਜਿਹੜਾ ਸਾਨੂੰ ਸਮਝ ਆ, ਇਹ ਸਾਰਿਆਂ ਨੂੰ ਸਮਝ ਨਹੀਂ ਲੱਗਦੀ ਹੈਗੀ। ਓਕੇ, ਬਹੁਤ ਲੋਕਾਂ ਨੂੰ ਯਿਸੂ ਮਸੀਹ ਦੇ ਟਾਈਮ ਦੇ ਵਿੱਚ ਵੀ ਨਹੀਂ ਸਮਝ ਲੱਗੀ ਸੀਗੀ, ਅੱਜ ਕੱਲ੍ਹ ਵੀ ਨਹੀਂ ਸਮਝ ਲੱਗਣੀ ਹੈਗੀ। ਜਦੋਂ ਅਸੀਂ ਪਰਮੇਸ਼ਰ ਦੇ ਮੂਹਰੇ ਜਾ ਕੇ ਬੇਨਤੀ ਕਰਦੇ ਹਾਂ, ਉਹ ਸਾਡੇ ਅੱਖਾਂ ਦੇ ਪਰਦੇ ਚੱਕ ਦਿੰਦਾ ਆ, ਫਿਰ ਸਾਨੂੰ ਪਤਾ ਲੱਗਣ ਲੱਗਦਾ ਆ, ਫਿਰ ਸਾਨੂੰ ਸਮਝ ਲੱਗਦੀ ਆ। ਸੋ ਪਹਿਲਾਂ ਸਾਨੂੰ ਪਰਮੇਸ਼ਰ ਦੇ ਕੋਲ ਆ ਕੇ ਉਹਦੇ ਮੂਹਰੇ ਦੁਹਾਈ ਦੇਣੀ ਪੈਂਦੀ ਆ, ਉਹਨੂੰ ਕਹਿਣਾ ਪੈਂਦਾ ਮੈਨੂੰ ਦਿਖਾਲ, ਮੈਨੂੰ ਸਮਝਾ ਤੇ ਮੈਂ ਇਹਨੂੰ ਸਮਝ ਸਕਾਂ। ਇੱਥੇ ਹੀ ਜਿਹੜੀ ਮੱਥੀ ਦੀ ਕਿਤਾਬ ਆ, ਉਹਦਾ 16ਵਾਂ ਚੈਪਟਰ, ਮੈਥਿਊ ਚੈਪਟਰ 16, ਤੇ ਇੱਥੋਂ ਆਪਾਂ 3 ਆਇਤਾਂ ਪੜਾਂਗੇ। ਵੀ ਰੀਡ 3 ਵਰਸਿਸ 17, 18 ਤੇ 19, 17, 18 and 19। ਹਾਂਜੀ, ਮਤੀ ਉਹਦਾ 16ਵਾਂ ਚੈਪਟਰ ਤੇ ਉਹਦੀ 17, 18 ਤੇ 19 ਆਇਤ ਆਪਾਂ ਪੜ੍ਹਨ ਲੱਗੇ ਹਾਂ। ਇੱਥੇ ਇਦਾਂ ਲਿਖਿਆ, ਯਿਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰ ਯੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗਾਂ ਦੇ ਵਿੱਚ ਹੈ, ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਹੈ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ, ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ, ਸੁਰਗ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ, ਸਵਰਗਾਂ ਦੇ ਵਿੱਚ ਖੋਲਿਆ ਜਾਵੇਗਾ। ਆਮੀਨ। ਯਿਸੂ ਮਸੀਹ ਇੱਥੇ ਪਤਰਸ ਨੂੰ ਦੱਸਦਾ ਆ ਕਰਕੇ ਉਹਨੇ ਪਛਾਣ ਲਿਆ ਯਿਸੂ ਮਸੀਹ ਕੌਣ ਆ। ਹੋਰ ਵੀ ਬਹੁਤ ਉੱਥੇ ਚੇਲੇ ਸੀ, ਕਿਸੇ ਨੂੰ ਪਛਾਣਿਆ ਨਹੀਂ, ਉਦੋਂ ਨਹੀਂ ਪਛਾਣਿਆ, ਮਗਰੋਂ ਪਛਾਣਿਆ, ਪਰ ਉਸ ਵੇਲੇ ਕੱਲਾ ਪਤਰਸ ਨੇ ਪਛਾਣਿਆ। ਯਿਸੂ ਮਸੀਹ ਨੇ ਉਹਨੇ ਉਦੋਂ ਹੀ ਕਿਹਾ, ਕਹਿੰਦਾ ਇਹ ਜਿਹੜਾ ਤੈਨੂੰ ਵਿਜ਼ਨ ਆਇਆ, ਜਿਹੜਾ ਤੈਨੂੰ ਇਹ ਸਮਝ ਲੱਗੀ ਆ, ਇਹ ਪਰਮੇਸ਼ਰ ਪਿਤਾ ਨੇ ਤੈਨੂੰ ਸਮਝ ਦਿੱਤੀ ਆ। ਸੋ ਇਹ 'ਚੋਂ ਆਪਾਂ ਨੂੰ ਪਤਾ ਲੱਗਦਾ ਆ, ਜਿੰਨਾ ਚਿਰ ਪਰਮੇਸ਼ਰ ਸਾਡੀਆਂ ਅੱਖਾਂ ਨਹੀਂ ਖੋਲਦਾ ਹੈਗਾ, ਸਾਨੂੰ ਯਿਸੂ ਮਸੀਹ ਦੇ ਨਾਂ ਦਾ ਪਤਾ ਨਹੀਂ ਲੱਗਦਾ ਹੈਗਾ, ਅਸੀਂ ਉਹਨੂੰ ਐਵੇਂ ਜਿਹਾ ਮਾਮੂਲੀ ਜਿਹਾ ਸੱਦਣਾ ਆ। ਸਾਨੂੰ ਪਤਾ ਨਹੀਂ, ਅਸੀਂ ਵਰਤ ਨਹੀਂ ਸਕਦੇ ਜਿੰਨਾ ਚਿਰ ਅਸੀਂ ਉਹਨੂੰ ਮਾਮੂਲੀ ਜਿਹਾ ਸਮਝਦੇ ਹਾਂ, ਐਵੇਂ ਹੀ ਸਮਝਦੇ ਹਾਂ। ਪਰ ਇੱਥੇ ਜਦੋਂ ਪਤਰਸ ਨੂੰ ਸਮਝ ਲੱਗ ਗਈ, ਉਹ ਫਿਰ ਯਿਸੂ ਮਸੀਹ ਉਹਨੂੰ ਦੱਸਦਾ ਆ, ਕਹਿੰਦਾ ਤੇਰੇ ਕੋਲ ਚਾਬੀਆਂ ਦਿੱਤੀਆਂ ਜਾਣਗੀਆਂ, ਕਰਕੇ ਉਹ ਜਿਹੜੀਆਂ ਚਾਬੀਆਂ ਉਹ ਨਾਂ ਥਾਣੀ ਆਉਂਦੀਆਂ ਆ। ਜਿਹੜੀ ਚਾਬੀ ਆ ਉਹ ਯਿਸੂ ਮਸੀਹ ਦਾ ਨਾਂ ਆ, ਉਹ ਯਿਸੂ ਮਸੀਹ ਨੂੰ ਜੋ ਉਹ ਪੋਜੀਸ਼ਨ ਆ ਉਹਦੇ ਤੋਂ ਆਉਂਦੀ ਆ। ਤੇ ਪਤਰਸ ਨੂੰ ਪਛਾਣ ਗਿਆ, ਪਤਰਸ ਜਾਣ ਗਿਆ, ਕਰਕੇ ਪਰਮੇਸ਼ਰ ਨੇ ਉਹਨੂੰ ਲੋਹ ਦੇ ਦਿੱਤੀ। ਤੁਹਾਨੂੰ ਵੀ ਅੱਜ ਦੁਹਾਈ ਪਾਉਣ ਦੀ ਜ਼ਰੂਰਤ ਆ, ਪਰਮੇਸ਼ਰ ਦੇ ਮੂਹਰੇ ਆਉਣ ਦੀ ਜ਼ਰੂਰਤ ਆ, ਉਹਨੂੰ ਪੁੱਛਣ ਦੀ ਜ਼ਰੂਰਤ ਆ, ਪਰਮੇਸ਼ਰ ਜੀ ਮੇਰੀਆਂ ਅੱਖਾਂ ਖੋਲੋ, ਮੈਂ ਵੀ ਇਹਨੂੰ ਜਾਣ ਸਕਾਂ, ਮੈਂ ਵੀ ਇਹਨੂੰ ਪਛਾਣ ਸਕਾਂ, ਫਿਰ ਮੈਂ ਵੀ ਇਹ ਨਾਂ ਵਰਤ ਸਕਾਂ। ਕਰਕੇ ਯਿਸੂ ਮਸੀਹ ਇੱਥੇ ਦੱਸਦਾ ਆ, ਕਹਿੰਦਾ ਜਿਹੜੇ ਪਤਾਲ, ਜਿਹੜੇ ਨਰਕਾਂ ਦੇ ਗੇਟ ਆ, ਉਹ ਵੀ ਕਹਿੰਦਾ ਮੂਹਰੇ ਖੜੇ ਨਹੀਂ ਰਹਿ ਸਕਦੇ ਨਾਂ ਦੇ ਮੂਹਰੇ। ਇਸ ਚਾਬੀਆਂ ਦੇ ਮੂਹਰੇ ਜਦੋਂ ਉਹ ਇਹਨੂੰ ਬੰਦ ਕਰਨਾ ਚਾਹੁੰਦਾ ਜਾਂ ਖੋਲ੍ਹਣਾ ਚਾਹੁੰਦਾ ਆ, ਸ਼ੈਤਾਨ ਵੀ ਕੁਛ ਨਹੀਂ ਕਰ ਸਕਦਾ ਹੈਗਾ। ਇਹ ਨਾਂ ਸਾਨੂੰ ਦੱਸਣਾ ਚਾਹੁੰਦਾ ਆ, ਇਹ ਨਾਂ ਦੇ ਵਿੱਚ ਸ਼ਕਤੀ ਆ। ਬਹੁਤ ਵਾਰੀ ਅਸੀਂ ਇਸ ਦੁਨੀਆ ਦੇ ਵਿੱਚ ਆਦਮੀ ਟੋਲਦੇ ਹਾਂ ਜਿਹਦੇ ਕੋਲ ਸ਼ਕਤੀ ਹੋਵੇ, ਅਸੀਂ ਟੋਲਦੇ ਹਾਂ ਬਈ ਕਿਹਨੂੰ ਪਰਮੇਸ਼ਰ ਨੇ ਸ਼ਕਤੀ ਦਿੱਤੀ ਹੋਈ ਆ, ਪਰ ਸ਼ਕਤੀ ਆਦਮੀਆਂ ਦੇ ਵਿੱਚ ਨਹੀਂ। ਮੈਂ ਬਹੁਤ ਵਾਰੀ ਕਹਿ ਚੁੱਕਾ ਹਾਂ, ਪਰ ਹੱਲੇ ਵੀ ਬਹੁਤ ਵਾਰੀ ਕਹਿਣਾ ਆ,
ਆਦਮੀਆਂ ਦੇ ਵਿੱਚ ਸ਼ਕਤੀ ਨਹੀਂ ਹੈਗੀ, ਸ਼ਕਤੀ ਨਾਂ ਦੇ ਵਿੱਚ ਆ। ਇੱਥੋਂ ਜਿਹੜਾ ਯਿਸੂ ਮਸੀਹ ਦਾ ਨਾਂ, ਉਹਦੇ ਵਿੱਚ ਸ਼ਕਤੀ ਆ। ਆਮੇਨ। ਕਰਕੇ ਆਪਾਂ ਕੀ ਪੜ੍ਹ ਕੇ ਹਟੇ ਹਾਂ? ਜਦੋਂ ਉਹ ਕੋਈ ਗੇਟ ਖੋਲ ਦਿੰਦਾ, ਜਦੋਂ ਕੋਈ ਡੋਰ ਖੋਲ ਦਿੰਦਾ ਹੈ ਆਪਣੀ ਚਾਬੀ ਦੇ ਨਾਲ, ਉਹ ਕੋਈ ਬੰਦ ਨਹੀਂ ਕਰ ਸਕਦਾ ਹੈਗਾ। ਆਮੇਨ। ਜਦੋਂ ਉਹ ਬੰਦ ਕਰ ਦਿੰਦਾ ਹੈ, ਕੋਈ ਖੋਲ ਨਹੀਂ ਸਕਦਾ ਹੈਗਾ। ਉਹ ਕਿੱਦਾਂ ਖੋਲਦੀ ਆ? ਯਿਸੂ ਮਸੀਹ ਦੇ ਨਾਂ ਦੇ ਨਾਲ। ਫਿਰ ਉਹ ਕਹਿੰਦਾ ਕਰਕੇ ਤੂੰ ਜਾਣ ਗਿਆ, ਪਤਰਸ ਨੂੰ ਕਹਿੰਦਾ ਕਰਕੇ ਤੂੰ ਪਛਾਣ ਗਿਆ ਮੈਂ ਕੌਣ ਆ, ਤੇ ਤੈਨੂੰ ਉਹ ਚਾਬੀਆਂ ਦਿੱਤੀਆਂ ਗਈਆਂ। ਉਹ ਚਾਬੀਆਂ ਦੇ ਨਾਲ ਜਿਹੜੀ ਚੀਜ਼ ਤੂੰ ਬੰਦ ਦਊਂਗਾ ਉਹ ਬੰਨੀ ਜਾਊਗੀ, ਜਿਹੜੀ ਤੂੰ ਖੋਲ ਦਊਂਗਾ ਉਹ ਖੁੱਲੀ ਜਾਊਗੀ। ਸੱਚੀ ਇਹ ਅੱਜ ਵੀ ਪਰਮੇਸ਼ਰ ਸਾਨੂੰ ਦੇਣ ਨੂੰ ਤਿਆਰ ਆ। ਯਿਸੂ ਮਸੀਹ ਦਾ ਨਾਂ ਸਾਨੂੰ ਦੇਣ ਨੂੰ ਤਿਆਰ ਆ, ਜਿਹਦੇ ਨਾਲ ਧਰਤੀ ਉੱਤੇ ਸਾਰੀਆਂ ਚੀਜ਼ਾਂ ਬੰਨੀਆਂ ਜਾਂਦੀਆਂ ਤੇ ਜਿੰਨੀਆਂ ਮਰਜ਼ੀ ਚੀਜ਼ਾਂ ਅਸੀਂ ਖੋਲ ਸਕਦੇ, ਖੋਲੀਆਂ ਜਾਂਦੀਆਂ। ਸੋ ਪਰਮੇਸ਼ਰ ਦੀ ਵਡਿਆਈ ਹੋਵੇ। ਅੱਜ ਸਾਨੂੰ ਦੱਸ ਰਿਹਾ ਆ ਬਈ ਇਹ ਸਾਨੂੰ ਅਵੇਲੇਬਲ ਆ। ਕੌਣ ਆ ਯਿਸੂ ਮਸੀਹ, ਜਿਹਦਾ ਇੰਨਾ ਨਾਮ ਮਹਾਨ ਆ? ਕੌਣ ਆ ਜਿਹਦੇ ਨਾਂ ਦੇ ਨਾਲ ਸਭ ਕੁਝ ਖੋਲਿਆ ਜਾਂਦਾ ਜਾਂ ਬੰਨਿਆ ਜਾਂਦਾ? ਹੈਗਾ ਕੌਣ ਉਹ? ਬਹੁਤ ਲੋਕੀ ਉਹਨੂੰ ਨਵੀ ਸਾਦੇ ਆ, ਬਹੁਤ ਲੋਕੀ ਉਹਨੂੰ ਬਹੁਤ ਚੰਗਾ ਆਦਮੀ ਸਾਦੇ ਆ, ਬਹੁਤ ਲੋਕੀ ਸਾਦੇ ਉਹ ਬਹੁਤ ਮਹਾਨ ਆਦਮੀ ਹੋਇਆ, ਪਰ ਨਹੀਂ, ਉਹ ਉਦੋਂ ਵੀ ਉੱਚਾ ਆ। ਉਹ ਇੱਕ ਪਰਮੇਸ਼ਰ ਆ ਜਿਹਨੇ ਭੇਸ ਬਦਲ ਕੇ ਪੁੱਤਰ ਦੀ ਭੇਸ ਲੈ ਕੇ ਇਸ ਦੁਨੀਆ ਤੇ ਆਇਆ ਸੀਗਾ। ਆਪਾਂ ਹਬਰਾਨੀਆਂ ਦੀ ਕਿਤਾਬ ਦੇ ਵਿੱਚ, ਹੋਰ ਵੀ ਕਈ ਕਿਤਾਬਾਂ ਵਿੱਚ ਹੈਗਾ, ਥੋੜਾ ਬੜਾ ਆਪਾਂ ਦੇਖਾਂਗੇ, ਪਰ ਆਪਾਂ ਹਬਰਾਨੀਆਂ ਦੀ ਕਿਤਾਬ ਦੇ ਵਿੱਚੋਂ ਦੇਖਦੇ ਹਾਂ ਵੀ ਜਦੋਂ ਉਹ ਐਕਸਪਲੇਨ ਕਰਦਾ ਹੈ ਉਹ ਕੌਣ ਆ, ਕਿੱਥੋਂ ਆਇਆ ਸੀਗਾ, ਕਾਹਤੇ ਉਹਦਾ ਨਾਮ ਮਹਾਨ ਆ, ਤੇ ਕਿੰਨੀ ਉਹਦੇ ਨਾਂ ਦੇ ਵਿੱਚ ਸ਼ਕਤੀ ਆ। ਆਪਾਂ ਅੱਜ ਦੇਖਦੇ ਹਾਂ। ਤੁਸੀਂ ਵੀ ਖੁੱਲੇ ਮਾਈਂਡ ਨਾਲ ਪ੍ਰੇ ਕਰਕੇ ਦੇਖਣਾ, ਫਿਰ ਤੁਹਾਡੇ ਅੱਖਾਂ ਦੇ ਪਰਦੇ ਚੱਕੀ ਜਾਣ। ਪਹਿਲੇ ਕੋਰਿੰਥੀਅੰਸ ਵਿੱਚ ਚੌਥੀ ਆਪਾਂ ਪੜ੍ਹਨੀ ਨਹੀਂ ਹੈਗੀ, ਅੱਜ ਤੁਸੀਂ ਪਰ ਮਗਰੋਂ ਪੜ੍ਹ ਸਕਦੇ ਆ। ਉਹਦੇ ਵਿੱਚ ਦੱਸਦਾ ਆ ਪੌਲ, ਉਹ ਕਹਿੰਦਾ ਹੈ ਨਾ, ਇਸ ਦੁਨੀਆ ਦੇ ਰੱਬ ਨੇ ਸਾਡੀ ਅੱਖਾਂ ਉੱਤੇ ਪਰਦਾ ਪਾਇਆ ਹੈ, ਕਰਕੇ ਸ਼ੈਤਾਨ ਜਿਹਨੂੰ ਇਸ ਦੁਨੀਆ ਦਾ ਰੱਬ ਸਾਧਿਆ, ਉਹਨੇ ਸਾਡੀਆਂ ਅੱਖਾਂ ਉੱਤੇ ਪਰਦਾ ਪਾਇਆ। ਅਸੀਂ ਜਾਣ ਨਹੀਂ ਸਕਦੇ ਹੈਗੇ ਯਿਸੂ ਮਸੀਹ ਕੌਣ ਆ, ਜਿੰਨਾ ਚਿਰ ਅਸੀਂ ਨੀਵੇਂ ਹੋ ਕੇ ਪਰਮੇਸ਼ਰ ਦੇ ਮੂਹਰੇ ਆ ਕੇ ਉਹ ਕੋ ਮੰਗਦੇ ਨਹੀਂ ਹੈਗੇ। ਪਤਰਸ ਨੇ ਮੰਗਿਆ ਸੀ ਤੇ ਉਹਦੀਆਂ ਅੱਖਾਂ ਖੁੱਲੀਆਂ ਗਈਆਂ, ਤੇ ਅਸੀਂ ਵੀ ਮੰਗ ਸਕਦੇ, ਸਾਡੀਆਂ ਅੱਖਾਂ ਖੁੱਲ੍ਹ ਹੋ ਜਾਣਗੀਆਂ ਤੇ ਅਸੀਂ ਜਾਣਨ ਲੱਗ ਪਵਾਂਗੇ ਯਿਸੂ ਮਸੀਹ ਕੌਣ ਆ। ਤੇ ਉਹਨੇ ਸਾਨੂੰ, ਫਿਰ ਆਪਾਂ ਦੇਖਾਂਗੇ, ਉਹਨੇ ਸਾਨੂੰ ਆਪਣਾ ਨਾਮ ਵਰਤਣ ਨੂੰ ਹੱਕ ਦਿੱਤਾ ਆ, ਸਾਨੂੰ ਪਰਮਿਸ਼ਨ ਦਿੱਤਾ ਆ, ਸਾਨੂੰ ਹੁਕਮ ਵੀ ਦਿੱਤਾ ਆ, ਅਸੀਂ ਉਹਦੇ ਨਾਮ ਨੂੰ ਵਰਤ ਸਕਦੇ ਹਾਂ। ਸੋ ਇੱਥੇ ਆਪਾਂ ਬੁੱਕ ਆਫ ਹੀਬਰੂਜ਼ ਚੈਪਟਰ 1 ਆਪਾਂ 1 ਤੋਂ 11 ਤੱਕ ਪੜ੍ਹਿਆ ਸੀ, ਪਰ ਪਹਿਲਾਂ ਆਪਾਂ ਪਹਿਲੀਆਂ 2 ਆਇਤਾਂ ਪੜ੍ਹਦੇ ਹਾਂ ਇਹਦੇ ਵਿੱਚੋਂ, ਤੇ ਆਪਾਂ ਦੇਖਦੇ ਹਾਂ ਵੀ ਸਾਨੂੰ ਕੀ ਦੱਸਦਾ ਹੈ। ਹਾਂਜੀ, ਹੀਬਰੂਜ਼ ਚੈਪਟਰ 1 verse 1 and 2। ਹਾਂਜੀ, ਇਬਰਾਨੀਆਂ ਦਾ ਜਿਹੜਾ ਅੱਗੇ ਆਪਾਂ ਰੀਡਿੰਗ ਕੀਤੀ ਸੀ, ਉਹਨੂੰ ਪਹਿਲਾ ਚੈਪਟਰ ਤੇ ਉਹਦੀਆਂ ਪਹਿਲੀਆਂ 2 ਆਇਤਾਂ ਪੜ੍ਹਨ ਲੱਗੀ ਆ। ਪਰਮੇਸ਼ਰ ਨੇ ਜਿਨ ਪਿਛਲੀਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਦੇ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾਂ ਵਸਤਾਂ ਦਾ ਵਾਰਿਸ ਬਣਾਇਆ, ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ। ਆਮੀਨ। ਪਹਿਲਾਂ ਉਹਦਾ ਹੀਬਰੂਜ਼ ਲਿਖਣ ਵਾਲਾ ਕਹਿੰਦਾ ਆ, ਪਹਿਲਾਂ ਪਰਮੇਸ਼ਰ ਸਾਡੇ ਨਾਲ ਨਵੀਆਂ ਦੇ ਨਾਲ, ਚੰਗੇ ਆਦਮੀਆਂ ਦੇ ਨਾਲ ਗੱਲਾਂ ਕਰਦਾ ਸੀਗਾ, ਪਰ ਅਖੀਰਲੇ ਦਿਨਾਂ ਦੇ ਵਿੱਚ ਹੁਣ ਉਹ ਪੁੱਤਰ ਦੇ ਸਣੀ ਗੱਲ ਕੀਤੀ ਆ। ਪੁੱਤਰ ਕੌਣ ਆ? ਉਹ ਕਹਿੰਦਾ ਜਿਹੜਾ ਮੇਰਾ ਇੱਕੋ ਹੀ ਬੇਟਾ ਸੀ, ਉਹਦੇ ਨਾਲ ਕਹਿੰਦਾ ਮੈਂ ਉਹਨੂੰ ਭੇਜਿਆ ਆ, ਉਹਦੇ ਨਾਲ ਗੱਲ ਕੀਤੀ। ਕਹਿੰਦਾ ਜਿਹੜਾ ਮੇਰਾ ਬੇਟਾ ਸੀ, ਉਹਦੇ ਥਰੂ ਮੈਂ ਦੁਨੀਆ ਬਣਾਈ ਸੀ। ਜਿੰਨੀਆਂ ਵੀ ਚੀਜ਼ਾਂ ਸਾਨੂੰ ਦੱਸਦੀਆਂ ਆ, ਉਹ ਕਹਿੰਦਾ ਮੈਂ ਜੀਸਸ ਥਾਣੀ ਬਣਾਈ ਸੀ, ਮੈਂ ਆਪਣੇ ਪੁੱਤਰ ਦੇ ਥਾਣੀ ਬਣਾਈ ਸੀਗੀ। ਕੀ ਹੋਇਆ? ਕਹਿੰਦਾ ਜੀਸਸ ਨੇ ਸਭ ਕੁਛ ਬਣਾਇਆ ਸੀਗਾ, ਮੇਰੇ ਪੁੱਤਰ ਨੇ ਸਭ ਕੁਛ ਬਣਾਇਆ ਸੀਗਾ। ਸੋ ਇੱਥੇ ਉਹ ਸਾਨੂੰ ਬਹੁਤ ਕਲੀਅਰਲੀ ਦੱਸਦਾ ਆ ਪੁੱਤਰ ਕੌਣ ਆ। ਜਦੋਂ ਅਸੀਂ ਪਛਾਣਨ ਲੱਗ ਪਏ, ਸਾਡੀਆਂ ਅੱਖਾਂ ਖੁੱਲ ਗਈਆਂ। ਕੀ ਹੋਣਾ? ਅਸੀਂ ਜਦੋਂ ਉਸ ਨਾਂ ਨੂੰ ਵਰਤਣਾ ਆ, ਸ਼ੈਤਾਨ ਨੇ ਦੁਹਾਈ ਦੇਣੀ ਆ, ਉਹਨੇ ਬਹੁਤ ਕ੍ਰਾਈ ਆਊਟ ਕਰਨਾ ਆ, ਕਰਕੇ ਸਾਨੂੰ ਪਤਾ ਲੱਗ ਗਿਆ ਬਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਸ਼ਕਤੀ ਕਿੰਨੀ ਆ। ਤੀਸਰੀ ਆਇਤ ਦੇ ਵਿੱਚ ਇਦਾਂ ਕਹਿੰਦਾ ਆ, ਕੱਲੀ ਤੀਸਰੀ ਪੜ੍ਹਨੀ। ਹਾਂਜੀ, ਉਹ ਜੇ ਉਸ ਦੇ ਤੇਜ ਦਾ ਪ੍ਰਤਿਬੰਬ
ਅਤੇ ਉਸ ਦੀ ਜਾਤ ਦਾ ਨਕਸ਼ ਹੋ ਕੇ ਜਿਹੜਾ ਪੁੱਤਰ ਆ ਉਹ ਕਹਿੰਦਾ ਉਹਦੇ ਤੇਜ ਦਾ ਐਨ ਪੂਰਾ ਨਕਸ਼ਾ ਆ, ਐਨ ਪਰਮੇਸ਼ਰ ਵਰਗਾ ਆ। ਹਮ, ਕਈ ਵਾਰੀ ਮੈਂ ਇਦਾਂ ਕਹਿੰਦਾ ਹੁੰਦਾ, ਜਦੋਂ ਕੋਈ ਆਪਣੇ ਬੇਟੇ ਜਾਂ ਬੇਟੀ ਨੂੰ ਦੇਖ ਲੈਂਦਾ ਆ, ਫਿਰ ਉਹ ਦੇਖ ਕੇ ਕਹਿੰਦਾ ਤੂੰ ਐਨ ਆਪਣੇ ਪੇ ਵਰਗਾ, ਤੂੰ ਆਪਣੀ ਐਨ ਮਾਂ ਵਰਗੀ ਆ। ਇੱਥੇ ਉਹ ਕੀ ਕਹਿੰਦਾ, ਯਿਸੂ ਮਸੀਹ ਐਨ ਆਪਣੇ ਪੇ ਵਰਗਾ ਸੀਗਾ, ਜਿਹੜਾ ਸਵਰਗਾਂ ਦੇ ਵਿੱਚ ਪਿਤਾ ਸੀ, ਐਨ ਉਹਦੀ ਐਗਜ਼ੈਕਟ ਸ਼ਕਲ ਸੀ, ਐਨ ਉਹਦਾ ਐਗਜ਼ੈਕਟ ਸੁਭਾਅ ਸੀਗਾ, ਐਨ ਉਹਦਾ ਐਗਜ਼ੈਕਟ ਕਾਪੀ ਸੀ। ਸੋ ਇੱਥੇ ਉਹ ਸਾਨੂੰ ਦੱਸ ਰਿਹਾ ਆ ਬਈ ਕਹਿੰਦਾ ਹੀ ਵਾਸ ਦ ਐਗਜ਼ੈਕਟ ਇੰਪ੍ਰਿੰਟ ਆਫ ਹਿਸ ਨੇਚਰ, ਉਹਦਾ ਨੇਚਰ ਵੀ ਇਦਾਂ ਦਾ ਸੀ। ਐਂਡ ਹੀ ਅਪਹੋਲਡਸ ਦ ਯੂਨੀਵਰਸ। ਹਾਂਜੀ, ਗਾਹਾਂ ਪੜ੍ਹੇ ਤਾਂ। ਹਾਂਜੀ, ਨਕਸ਼ ਹੋ ਕੇ ਆਪਣੇ ਸਮਰਥਾ ਦੇ ਵਚਨ ਨਾਲ ਸਭਨਾ ਵਸਤਾਂ ਨੂੰ ਸੰਭਾਲ ਕੇ ਔਰ ਪਾਪਾਂ ਨੂੰ ਸਾਫ਼ ਕਰਕੇ ਪਰਮ ਧਾਮ ਵਿੱਚ ਸ਼੍ਰੀ ਵਾਹਿਗੁਰੂ ਦੇ ਸੱਜੇ ਪਾਸੇ ਵਿਰਾਜਮਾਨ ਹੋਇਆ। ਅਮੇ ਕੀ ਕਹਿੰਦਾ, ਸਾਰੇ ਯੂਨੀਵਰਸ ਨੂੰ ਉਹ ਆਪਣੇ ਬਚਨ ਦੇ ਨਾਲ ਕਾਬੂ ਰੱਖਦਾ ਹੈ। ਜਿਹੜੀ ਸਾਰੀ ਦੁਨੀਆ ਚੱਲਦੀ, ਜਿੰਨੇ ਆਪਾਂ ਚੰਦ ਤਾਰੇ ਦੇਖਦੇ ਚੱਲਦੇ ਆ, ਯਿਸੂ ਮਸੀਹ ਆਪਣੇ ਬਚਨ ਦੇ ਨਾਲ ਅੱਖਰ ਬੋਲ ਕੇ ਉਹਨਾਂ ਨੂੰ ਸਹੀ ਜਗ੍ਹਾ 'ਚ ਰੱਖਦਾ ਹੈ। ਫਿਰ ਉਹੋ ਹੀ ਸੀਗਾ ਜਿਹੜਾ ਸਾਡੇ ਪਾਪਾਂ ਦਾ ਇਲਾਜ ਕਰਕੇ ਗਿਆ, ਜਿਹੜੇ ਸਾਡੇ ਪਾਪਾਂ ਦੀ ਮਾਫੀ ਕਰਕੇ ਦੇ ਕੇ ਗਿਆ, ਜਿਹੜੇ ਸਾਡੇ ਪਾਪਾਂ ਦੀ ਕੀਮਤ ਪੇ ਕਰਕੇ ਗਿਆ, ਉਹੋ ਹੀ ਸੀਗਾ ਜਿਹਨੇ ਦੁਨੀਆ ਬਣਾਈ ਸੀ। ਬਾਈਬਲ ਕਹਿੰਦੀ ਆ ਉਹਨੇ ਆਪ ਸਭ ਕੁਝ ਬਣਾਇਆ ਸੀ, ਉਹੋ ਹੀ ਸਾਡੇ ਵਾਸਤੇ ਸਭ ਕੁਝ ਕਰਕੇ ਗਿਆ ਆ। ਦੇਖੋ ਹੁਣ ਸਾਨੂੰ ਪਤਾ ਲੱਗਦਾ ਯਿਸੂ ਮਸੀਹ ਕਿੰਨਾ ਮਹਾਨ ਸੀਗਾ, ਪਰ ਫਿਰ ਵੀ ਦਾਸ ਦੇ ਕੱਪੜੇ ਪਾ ਕੇ, ਦਾਸ ਬਣ ਕੇ ਇਸ ਦੁਨੀਆ ਦੇ ਵਿੱਚ ਆਇਆ। ਉਹਨੂੰ ਦੁਨੀਆ ਦੇ ਵਿੱਚ ਕੋਈ ਮਾਰ ਨਹੀਂ ਸਕਦਾ ਸੀਗਾ, ਉਹਨੂੰ ਮੌਤ ਨਹੀਂ ਆ ਸਕਦੀ ਸੀਗੀ, ਪਰ ਉਹ ਦਾਸ ਬਣ ਕੇ ਆਇਆ, ਆਦਮੀ ਦੀ ਸ਼ਕਲ ਬਣ ਕੇ ਆਇਆ ਬਈ ਉਹ ਸਾਡੇ ਪਾਪਾਂ ਦੀ ਕੀਮਤ ਦੇ ਸਕੇ। ਇੱਥੇ ਸਾਨੂੰ ਇਹ ਚੀਜ਼ਾਂ ਦੱਸ ਰਿਹਾ ਆ। ਚੌਥੀ ਆਇਤ ਦੇ ਵਿੱਚ ਸਾਨੂੰ ਦੱਸਦਾ ਆ, ਹਾਂਜੀ, ਉਹ ਦੂਤਾਂ ਨਾਲੋਂ ਕਿੰਨਾ ਉੱਤਮ ਹੋਇਆ। ਉਹ ਦੂਤਾਂ ਦੇ ਨਾਲੋਂ ਵੀ ਉੱਤਮ ਸੀਗਾ। ਕਈ ਵਾਰੀ ਕਈ ਸੁਣਿਆ, ਕਈ ਲੋਕੀ ਕਹਿੰਦੇ ਉਹ ਜੀ ਦੂਤ ਸੀਗਾ। ਨਾ ਨਾ ਨਾ, ਉਹ ਦੂਤਾਂ ਨਾਲੋਂ ਵੀ ਉੱਤਮ ਸੀਗਾ, ਉਹਨਾਂ ਨਾਲ ਉੱਚਾ ਸੀਗਾ। ਦੂਤਾਂ ਨੂੰ ਵੀ ਉਹਦੇ ਮੋਹਰੇ ਮੱਥਾ ਟੇਕਣਾ ਪੈਂਦਾ ਸੀ। ਗਾਹਾਂ ਜਾ ਕੇ ਆਪਾਂ ਪੜ੍ਹ ਕੇ ਦੇਖਣਾ ਆ। ਸੋ ਉਹ ਦੂਤ ਨਹੀਂ ਸੀ, ਉਹ ਪਰਮੇਸ਼ਰ ਦਾ ਬੇਟਾ ਸੀ, ਜਿਹੜਾ ਆਪ ਪਰਮੇਸ਼ਰ ਸੀਗਾ, ਤੇ ਉਹ ਦੂਤ ਵੀ ਉਹਨੂੰ ਮੱਥਾ ਟੇਕਦੇ ਆ। ਓਕੇ, ਗਾਹਾਂ ਪੜ੍ਹਿਓ ਜੀ। ਹਾਂਜੀ, ਉਹ ਦੂਤਾਂ ਨਾਲੋਂ ਇੰਨਾ ਉੱਤਮ ਹੋਇਆ ਜਿੰਨਾ ਉਹਨੇ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ। ਆਮੇਨ। ਜਿਹੜਾ ਉਹਦਾ ਨਾਂ ਸੀ ਉਹ ਦੂਤਾਂ ਦੇ ਨਾਲੋਂ ਉੱਚਾ ਸੀਗਾ। ਕਾਹਤੇ ਕਰਕੇ ਉਹਨੇ ਇਨਹੈਰਿਟਡ ਕੀਤਾ, ਉਹ ਨਾਂ ਨੂੰ ਪਾਇਆ ਜਿਹੜਾ ਕਿੱਦਾਂ ਹੁੰਦਾ, ਜਿਹੜਾ ਆਪਣੀ ਫੈਮਿਲੀ ਦਾ ਨਾਂ ਹੁੰਦਾ, ਜਿਹੜਾ ਆਪਣੇ ਡੈਡੀ ਦਾ ਨਾਂ ਹੁੰਦਾ, ਜਿਹੜਾ ਆਪਣੇ ਪਿਤਾ ਦਾ ਨਾਂ ਹੁੰਦਾ, ਉਹ ਸਾਨੂੰ ਮਿਲਦਾ ਹੈ। ਉਹ ਕਰਕੇ ਜਿਹੜਾ ਉਹਦਾ ਪਿਤਾ ਸੀ, ਜਿਹੜਾ ਸਵਰਗੀ ਪਿਤਾ ਸੀਗਾ, ਉਹਦਾ ਪੁੱਤ ਸੀਗਾ, ਉਹਦਾ ਨਾਂ ਉਹਨੇ ਪਾਇਆ। ਸੋ ਉਹ ਸਾਰਿਆਂ ਨਾਲ ਉੱਤਮ ਸੀਗਾ। ਇੱਥੇ ਬਹੁਤ ਕਲੀਅਰਲੀ ਸਾਨੂੰ ਬਾਈਬਲ ਸਮਝਾ ਰਹੀ ਆ, ਤੇ ਹੋਰ ਕਈ ਜਗ੍ਹਾ 'ਚ ਵੀ ਸਾਨੂੰ ਸਮਝਾਉਣਾ ਆਪਾਂ ਦੇਖਣਾ ਆ, ਪਰ ਜਿੰਨਾ ਚਿਕਰ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ ਉਹਨਾਂ ਚਿਕਰ ਅਸੀਂ ਕਈ ਵਾਰੀ ਬਾਈਪਾਸ ਕਰ ਜਾਣਾ, ਅਸੀਂ ਲੰਘੀ ਜਾਣਾ। ਇਸ ਵੇਲੇ ਨੀਵੇਂ ਹੋ ਕੇ ਪਰਮੇਸ਼ਰ ਦੇ ਮੂਹਰੇ ਦੁਹਾਈ ਦਿਓ, ਪਰਮੇਸ਼ਰ ਜੀ ਮੇਰੀਆਂ ਅੱਖਾਂ ਖੋਲ੍ਹ ਦੇ, ਮੈਨੂੰ ਵੀ ਇਹਨਾਂ ਚੀਜ਼ਾਂ ਦੀ ਸਮਝਣ ਲੱਗ ਜਾਵੇ। ਜਿੱਦਾਂ ਜਿੱਦਾਂ ਆਪਾਂ ਇਹਨੂੰ ਪੜ੍ਹਦੇ ਹਾਂ, ਜਿੱਦਾਂ ਜਿੱਦਾਂ ਆਪਾਂ ਇਹਨੂੰ ਜਾਣਨ ਲੱਗਦੇ ਹਾਂ, ਆਪਣੇ ਦਿਲ ਦੇ ਵਿੱਚ ਪ੍ਰੇ ਵੀ ਕਰੋ ਬਈ ਪਰਮੇਸ਼ਰ ਤੁਹਾਡੀਆਂ ਅੱਖਾਂ ਖੋਲ੍ਹ ਦੇਵੇ, ਤੁਹਾਨੂੰ ਵੀ ਇਸ ਨਾਂ ਦਾ ਪਤਾ ਲੱਗਣ ਲੱਗ ਪਵੇ। 5ਵੀਂ ਆਇਤ ਦੇ ਵਿੱਚ ਲਿਖਦਾ ਆ, ਹਾਂਜੀ, ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ਰ ਨੇ ਕਿਹਨੂੰ ਕਦੀ ਆਖਿਆ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ, ਅਤੇ ਫਿਰ ਇਹ ਮੈਂ ਉਹਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਆਮੇਨ। ਇੱਥੇ ਪਰਮੇਸ਼ਰ ਇੱਕ ਸਵਾਲ ਪੁੱਛਦਾ ਆ, ਉਹ ਕਹਿੰਦਾ ਮੈਂ ਕਿਹੜੇ ਸਵਰਗਦੂਤ ਨੂੰ ਕਿਹਾ ਸੀ ਤੂੰ ਮੇਰਾ ਪੁੱਤਰ ਆ? ਕਿਸੇ ਨੂੰ ਵੀ ਨਹੀਂ ਕਿਹਾ ਹੈਗਾ। ਇੱਕ ਇਕੱਲਾ ਯਿਸੂ ਮਸੀਹ ਸੀ ਜਿਹੜਾ ਉਹਦਾ ਪੁੱਤਰ ਸੀ, ਉਹਨੂੰ ਇਕੱਲੇ ਨੂੰ ਕਿਹਾ। ਸੋ ਇੱਥੇ ਕਈ ਲੋਕੀ ਸਮਝਦੇ ਸੀ ਇਦਾਂ, ਪਰ ਉਹ ਇਸ ਵੇਲੇ ਪੂਰਾ ਕਲੀਅਰ ਕਰਨਾ ਚਾਹੁੰਦਾ ਸੀ ਯਿਸੂ ਮਸੀਹ ਸਵਰਗਦੂਤ ਨਹੀਂ ਸੀਗਾ, ਉਹ ਸ਼ਕਲ ਬਦਲ ਕੇ ਸਵਰਗਦੂਤ ਤੋਂ ਨਹੀਂ ਆਇਆ, ਉਹ ਪਰਮੇਸ਼ਰ ਦਾ ਪੁੱਤਰ ਸੀ, ਪਰਮੇਸ਼ਰ ਦੀ ਐਗਜ਼ੈਕਟ ਸ਼ਕਲ ਸੀ, ਇਸ ਕਾਰਨ ਉਹ ਪਰਮੇਸ਼ਰ ਸੀਗਾ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਸਾਨੂੰ ਦੱਸ ਰਿਹਾ ਆ ਬਈ ਉਹ ਸਵਰਗਦੂਤ ਨਹੀਂ ਸੀਗਾ,
ਭੁਲੇਖੇ ਵਿੱਚ ਨਹੀਂ ਪੈਣਾ ਹੈਗਾ। 7ਵੀਂ ਆਇਤ ਦੇ ਵਿੱਚ ਕਹਿੰਦਾ ਆ, ਛੇਵੀਂ 6ਵੀਂ ਪੜ੍ਹ ਸੌਰੀ। ਅਤੇ ਜਦ ਉਸ ਭੁਲੇਖੇ ਨੂੰ ਸੰਸਾਰ ਵਿੱਚ ਲਿਆਉਂਦਾ ਹੋਵੇਗਾ ਤਾਂ ਕਹਿੰਦਾ ਹੈ ਪਰਮੇਸ਼ਵਰ ਦੇ ਸਭੇ ਦੂਤ ਉਹਨੂੰ ਮੱਥਾ ਟੇਕਣ। ਹਾਂ ਮੈਂ ਕੀ ਕਹਿੰਦਾ, ਜਦੋਂ ਯਿਸੂ ਮਸੀਹ ਧਰਤੀ ਵਿੱਚ ਆਇਆ, ਬੇਬੀ ਸੀ ਹੱਲੇ, ਹੁਕਮ ਦਿੰਦਾ ਆ ਉਹ, ਸਾਰੇ ਸਵਰਗਦੂਤ ਉਹਨੂੰ ਜਾ ਕੇ ਮੱਥਾ ਟੇਕੋ। ਸਵਰਗਦੂਤਾਂ ਨੂੰ ਵੀ ਉਹਦੇ ਮੂਹਰੇ ਮੱਥਾ ਟੇਕਣਾ ਪੈਂਦਾ ਆ। ਜਿੰਨੀਆਂ ਵੀ ਚੀਜ਼ਾਂ ਧਰਤੀ ਦੇ ਉੱਤੇ ਆ, ਜਿੰਨੀਆਂ ਵੀ ਚੀਜ਼ਾਂ ਸਵਰਗਾਂ ਦੇ ਵਿੱਚ ਆ, ਜਿੰਨੀਆਂ ਵੀ ਚੀਜ਼ਾਂ ਧਰਤੀ ਦੇ ਥੱਲੇ ਆ, ਸਾਰਿਆਂ ਨੂੰ ਯਿਸੂ ਮਸੀਹ ਦੇ ਮੂਹਰੇ ਮੱਥਾ ਟੇਕਣਾ ਪੈਣਾ ਆ। ਜੇ ਅੱਗੇ ਨਹੀਂ ਟੇਕਿਆ, ਮਗਰੋਂ ਟੇਕਣਾ ਪੈਣਾ ਆ, ਪਰ ਉਦੋਂ ਟੂ ਲੇਟ ਹੋਣਾ ਆ, ਉਦੋਂ ਅਸੀਂ ਨਰਕਾਂ ਨੂੰ ਜਾਂਦੇ ਹੋਣਾ ਆ। ਜੇ ਅਸੀਂ ਹੁਣ ਟੇਕ ਲਿਆ ਤੇ ਅਸੀਂ ਉਹਦੇ ਬੇਟੇ ਬੇਟੀਆਂ ਬਣ ਜਾਵਾਂਗੇ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ, ਸਵਰਗਦੂਤਾਂ ਨੂੰ ਵੀ ਮੱਥਾ ਟੇਕਣਾ ਪਿਆ ਯਿਸੂ ਮਸੀਹ ਦੇ ਮੂਹਰੇ। ਓਕੇ, 7ਵੀਂ ਆਇਤ ਦੇ ਵਿੱਚ ਕਹਿੰਦਾ, ਅਤੇ ਉਹ ਦੂਤਾਂ ਦੇ ਵਿਖੇ ਆਖਦਾ ਹੈ, ਉਹ ਆਪਣੀਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਨੂੰ ਅਗਨ ਦੀਆਂ ਲਾਟਾਂ ਬਣਾਉਂਦਾ ਹੈ। ਓਕੇ, ਜਿਹੜੇ ਸਵਰਗਦੂਤ ਆ, ਉਹ ਕਹਿੰਦਾ ਉਹਦੇ ਹਵਾ ਵਰਗੇ ਆ, ਤੇ ਉਹ ਇੱਕ ਜਿੱਦਾਂ ਲੋ ਵਗਦੀ ਹੁੰਦੀ ਆ, ਲੋ ਲਾਈਟਾਂ ਵਰਗੇ ਆ। ਓਕੇ, ਪਰ ਉਹ ਬੇਟੇ ਨਹੀਂ, ਪਰ ਬੇਟੇ ਨੂੰ ਉਹ ਕੀ ਕਹਿੰਦਾ ਆ, ਬੇਟੇ ਦੇ ਬਾਰੇ ਵੀ ਸੁਣ ਲਓ ਪਰਮੇਸ਼ਰ ਕੀ ਕਹਿ ਰਿਹਾ ਆ। ਪਰ ਪੁੱਤਰ, ਇਹ 8ਵੀਂ ਆਇਤ ਵਿੱਚ ਆਪਾਂ ਪੜ੍ਹਨ ਲੱਗੇ, ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੋ ਜੁਗ ਪਰਮੇਸ਼ਰ। ਕੀ ਕਹਿੰਦਾ, ਤੇਰਾ ਸਿੰਘਾਸਨ, ਪਰਮੇਸ਼ਰ ਕਹਿੰਦਾ ਆ, ਕਹਿੰਦਾ ਤੇਰਾ ਸਿੰਘਾਸਨ, ਉਹਨੂੰ ਪਰਮੇਸ਼ਰ ਸਾਦਾ ਆ। ਯਿਸੂ ਮਸੀਹ ਨੂੰ ਉਹ ਆਪ ਰੱਬ ਸਾਦਾ ਆ। ਉਹ ਆਪ ਪਰਮੇਸ਼ਰ ਪਿਤਾ ਯਿਸੂ ਮਸੀਹ ਨੂੰ ਪਿਤਾ ਰੱਬ ਸਾਦਾ ਹੈ। ਜੇ ਉਹਨੂੰ ਪਰਮੇਸ਼ਰ ਸਾਦਾ, ਜਿਹੜਾ ਆਪਣਾ ਫਾਦਰ, ਜਿਹੜਾ ਹੈਵਨਲੀ ਫਾਦਰ, ਉਹ ਆਪ ਯਿਸੂ ਮਸੀਹ ਨੂੰ ਪਿਤਾ ਸਾਦਾ ਆ, ਫਿਰ ਅਸੀਂ ਕਿੱਦਾਂ ਉਹਨੂੰ ਪਰਮੇਸ਼ਰ ਨਹੀਂ ਕਹਿ ਸਕਦੇ ਹੈਗੇ? ਸਾਨੂੰ ਵੀ ਆਖੇ ਲੱਗਣਾ ਚਾਹੀਦਾ, ਸਾਨੂੰ ਵੀ ਉਦਾਂ ਹੀ ਕਹਿਣਾ ਚਾਹੀਦਾ। ਬਹੁਤ ਲੋਕੀ ਆਰਗੂਮੈਂਟ ਕਰਦੇ ਆ, ਪਰ ਇੱਥੇ ਆ ਕੇ ਫੇਲ ਹੋ ਜਾਂਦੇ ਆ। ਜੇ ਪਰਮੇਸ਼ਰ ਪਿਤਾ ਜੀ ਉਹਨੂੰ ਪਰਮੇਸ਼ਰ ਕਹਿੰਦੇ ਆ, ਸਾਨੂੰ ਵੀ ਪਰਮੇਸ਼ਰ ਕਹਿਣਾ ਪੈਣਾ। ਇੱਥੇ ਕਿਤੇ ਵੀ ਜਦੋਂ ਵੀ ਸਾਡੀ ਅੱਖਾਂ ਖੁੱਲ ਗਈਆਂ, ਜਦੋਂ ਵੀ ਸਾਡੀ ਦਿਮਾਗ ਖੁੱਲ ਗਿਆ, ਸਾਨੂੰ ਪਤਾ ਲੱਗਣ ਆਪਣਾ ਯਿਸੂ ਮਸੀਹ ਕੌਣ ਆ। ਹਾਂਜੀ, ਫੇਰ ਪੜ੍ਹਿਓ 8ਵੀਂ ਆਇਤ। ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੋ ਜੁਗ ਪਰਮੇਸ਼ਰ ਹੈ ਅਤੇ ਸਿਧਾਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ। ਕਹਿੰਦਾ ਤੇਰੇ ਕੋਲ ਰਾਜ ਕਰਨ ਵਾਲਾ, ਜਿਹੜਾ ਡੰਡਾ, ਤੇਰੇ ਕੋਲ ਰਾਜ ਕਰਨ ਵਾਲਾ ਤੇਰੇ ਕੋਲ ਹੈ, ਤੇਰੇ ਕੋਲ ਐ ਸਿਆਸਤ, ਤੇਰੇ ਕੋਲ ਉਹ ਤਾਜ ਆ, ਤੇਰੇ ਕੋਲ ਉਹ ਸਭ ਕੁਛ ਆ, ਕਰਕੇ ਤੂੰ ਹੀ ਪਰਮੇਸ਼ਰ ਆ। ਸੋ ਇੱਥੇ ਸਾਨੂੰ ਪਰਮੇਸ਼ਰ ਉਹਦੇ ਬਾਰੇ ਦੱਸ ਰਿਹਾ ਹੈ, ਜੀਸਸ ਦੇ ਬਾਰੇ। ਕੋਈ ਆਦਮੀ ਨਹੀਂ ਦੱਸ ਰਿਹਾ, ਪਰਮੇਸ਼ਰ ਪਿਤਾ ਜੀ ਉਹਦੇ ਬਾਰੇ ਦੱਸ ਰਹੇ ਆ। ਸੋ ਸਾਨੂੰ ਇੱਥੇ ਸੁਣਨ ਦੀ ਜ਼ਰੂਰਤ ਆ, ਤੇ ਸਾਨੂੰ ਆਪਣਾ ਮਾਈਂਡ ਸੈਟ ਚੇਂਜ ਕਰਨ ਦੀ ਜ਼ਰੂਰਤ ਹੈ। ਜੇ ਸਾਡਾ ਮਾਈਂਡ ਸੈਟ ਬਾਈਬਲ ਦੇ ਨਾਲ ਨਹੀਂ ਰਲਦਾ ਹੈਗਾ, ਪਰ ਜਦੋਂ ਅਸੀਂ ਇਹਨੂੰ ਚੇਂਜ ਕਰ ਲਿਆ, ਸਾਡੇ ਜੀਵਨ ਦੇ ਵਿੱਚ ਸ਼ਕਤੀ ਆਉਣ ਲੱਗ ਪੈਣੀ ਆ। ਜਦੋਂ ਅਸੀਂ ਇਹ ਚਾਬੀਆਂ, ਜਦੋਂ ਅਸੀਂ ਇਹ ਨਾਂ ਨੂੰ ਵਰਤਣ ਲੱਗ ਪਏ, ਤੇ ਅਸੀਂ ਦੇਖਣਾ ਆ ਇੱਕ ਸਾਡੇ ਕੋਲ ਨਵੀਂ ਸ਼ਕਤੀ ਆਉਣ ਲੱਗਣੀ। ਜਿੱਥੇ ਸ਼ੈਤਾਨ ਡਰਨ ਲੱਗ ਪੈਣਾ ਆ, ਉਹਨੇ ਕੰਬਣ ਲੱਗ ਪੈਣਾ ਜਦੋਂ ਅਸੀਂ ਇਹ ਨਾਂ ਲੈਣਾ। ਇਸ ਕਰਕੇ ਉਹ ਚਾਹੁੰਦਾ ਨਹੀਂ ਅਸੀਂ ਇਸ ਨਾਂ ਦੇ ਬਾਰੇ ਜਾਣੀਏ, ਇਸ ਕਰਕੇ ਉਹ ਚਾਹੁੰਦਾ ਨਹੀਂ ਅਸੀਂ ਇਸ ਨਾਂ ਨੂੰ ਵਰਤੀਏ, ਇਸ ਕਰਕੇ ਉਹ ਨਾਂ ਨੂੰ ਘਟੀਓ ਬਣਾਉਣਾ ਚਾਹੁੰਦਾ ਆ। ਸਾਨੂੰ ਪਤਾ ਨਾ ਲੱਗੇ ਵੀ ਉਸ ਨਾਂ ਦੇ ਵਿੱਚ ਸ਼ਕਤੀ ਕਿੰਨੀ ਆ, ਤਾਂ ਅਸੀਂ ਫਿਰ ਉਹਨੂੰ ਵਰਤ ਨਾ ਸਕੀਏ। ਉਹ ਸਾਨੂੰ ਦੱਸਣਾ ਚਾਹੁੰਦਾ ਆ ਉਹ ਸ਼ਕਤੀਮਾਨ ਆ। ਸ਼ੈਤਾਨ ਸਾਨੂੰ ਸਿਖਾਉਣਾ ਚਾਹੁੰਦਾ ਆ ਉਹਦੇ ਵਿੱਚ ਜ਼ਿਆਦਾ ਸ਼ਕਤੀ ਆ। ਪਰ ਜਦੋਂ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਉਂਦੇ, ਉਹਦੇ ਖਿਲਾਫ ਉਹਨੂੰ ਕੰਬਾ ਛੱਡ ਪੈਂਦਾ ਆ, ਤੇ ਉਹ ਆਪਣਾ ਬੋਰੀ ਬਸਤਾ ਚੱਕ ਕੇ ਉਹਨੂੰ ਜਾਣਾ ਪੈਂਦਾ ਜਦੋਂ ਅਸੀਂ ਉਹਨੂੰ ਉਹਦੇ ਨਾਂ ਦੇ ਵਿੱਚ ਹੁਕਮ ਦਿੰਦੇ ਆ। ਸੋ 9ਵੀਂ ਆਇਤ ਦੇ ਵਿੱਚ ਸਾਨੂੰ ਦੱਸ ਰਿਹਾ ਆ, ਤੈਂ ਧਰਮ ਦੇ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ। ਕਰਕੇ ਉਹ ਧਰਮ ਵਾਲੀਆਂ ਚੀਜ਼ਾਂ ਕਰਕੇ, ਉਹ ਚੰਗੀਆਂ ਚੀਜ਼ਾਂ ਜੋ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਉਹ ਕਰਦਾ ਸੀ, ਤੇ ਜਿਹੜੀਆਂ ਬੁਰਾਈ ਵਾਲੀਆਂ ਚੀਜ਼ਾਂ ਸੀ ਉਹਨਾਂ ਬੈਰ ਰੱਖਿਆ। ਤੇ ਪਰਮੇਸ਼ਰ ਨੇ ਉਹਨੂੰ ਇੱਕ ਮਸਾ ਦਿੱਤਾ, ਜਿਹੜਾ ਸਾਰਿਆਂ ਦੇ ਉੱਪਰ ਦੀ ਮਸਾ ਆ, ਜਿਹੜਾ ਖੁਸ਼ੀ ਵਾਲਾ ਮਸਾ ਆ। ਤਾਂ ਹੀ ਜਦੋਂ ਯਿਸੂ ਮਸੀਹ ਨੇ ਕ੍ਰੋਸ ਦੇ ਬਾਰੇ ਦੱਸਦਾ ਆ, ਉਹ ਨਰਕਾਂ ਨੂੰ, ਉਹ ਕ੍ਰੋਸ ਉੱਤੇ ਜਾਣ ਨੂੰ ਤਿਆਰ ਸੀ, ਆਪਣੇ ਚੇਲਿਆਂ ਨੂੰ ਸਭ ਕੁਝ ਦੱਸ ਕੇ ਹਟਿਆ। ਫਿਰ ਬਾਈਬਲ ਦੱਸਦੀ ਆ
ਉਹ ਇਕੱਠੇ ਹੋ ਕੇ ਮਸੀਹ ਦੀ ਕਿਤਾਬ ਦੇ ਵਿੱਚ ਤੇ ਉਹ ਗਾਣੇ ਗਾਉਂਦੇ ਆ। ਜਦੋਂ ਉਹ ਦੱਸਦਾ ਮੇਰੇ ਛਿੰਟੇ ਪੈਣੇ ਮੈਨੂੰ ਕ੍ਰਾਸ ਉੱਤੇ, ਪਰ ਫੇਰ ਵੀ ਉਹ ਖੁਸ਼ੀ ਨਾਲ ਭਰਿਆ ਹੁੰਦਾ। ਕਾਹਤੇ ਕਰਕੇ ਪਰਮੇਸ਼ਰ ਨੇ ਉਹਨੂੰ ਇੱਕ ਖੁਸ਼ੀ ਦਿੱਤੀ ਹੋਈ ਆ, ਖੁਸ਼ੀ ਦੀ ਅਨੋਇੰਟਿੰਗ ਦਿੱਤੀ, ਇੱਕ ਮਸਾ ਦਿੱਤਾ ਆ। ਸੋ ਪਰਮੇਸ਼ਰ ਦੀ ਵਡਿਆਈ ਹੋਵੇ। ਸਾਨੂੰ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਆ ਤੇ ਇਹ ਅਸੀਂ ਫਿਰ ਜਾਣ ਸਕੀਏ ਯਿਸੂ ਮਸੀਹ ਦੇ ਨਾਂ ਦੇ ਵਿੱਚ ਸ਼ਕਤੀ ਆ। ਯਿਸੂ ਮਸੀਹ ਆਪ ਹੀ ਇੱਕ ਚਾਬੀ ਆ ਜਿਹੜੇ ਸਾਡੇ ਜੀਵਨ ਦੇ ਵਿੱਚ ਅਸੀਂ ਬਚ ਸਕਦੇ ਹਾਂ। 10ਵੇਂ ਆਇਤ ਦੇ ਵਿੱਚ ਕਹਿ ਰਿਹਾ ਆ, ਹਾਂਜੀ, ਅਤੇ ਇਹ ਵੀ, ਹੇ ਪ੍ਰਭੂ, ਤੈਂ ਆਦਿ ਵਿੱਚ ਧਰਤੀ ਦੀ ਨੀਂਹ ਧਰੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ। ਜੇ ਅੱਗੇ ਤੁਸੀਂ ਮਿਸ ਕਰ ਗਏ ਸੀ ਜਦੋਂ ਉਹ ਕਹਿੰਦਾ ਸੀ ਉਹਨੇ ਸਭ ਕੁਝ ਬਣਾਇਆ ਸੀ, ਉਹ ਸਭ ਕੁਝ ਚਲਾਉਂਦਾ ਆ, ਹੁਣ ਫਿਰ ਉਹ ਰਿਪੀਟ ਕਰ ਰਿਹਾ ਆ। ਉਹ ਉਹਨੂੰ ਪ੍ਰਭੂ ਸਾਦਾ ਆ, ਪਰਮੇਸ਼ਰ ਆਪ ਉਹਨੂੰ ਪ੍ਰਭੂ ਸਾਦਾ ਆ। ਫਿਰ ਉਹਨੂੰ ਕਹਿੰਦਾ ਤੁਸੀਂ ਫਾਊਂਡੇਸ਼ਨ, ਤੁਸੀਂ ਇਸ ਧਰਤੀ ਦੀਆਂ ਨੀਹਾਂ ਰੱਖੀਆਂ ਸੀ। ਜਦੋਂ ਪਹਿਲਾਂ ਦੁਨੀਆ ਸ਼ੁਰੂ ਹੋਈ ਆ, ਯਿਸੂ ਮਸੀਹ ਨੇ ਇਸ ਧਰਤੀ ਦੀਆਂ ਨੀਹਾਂ ਰੱਖੀਆਂ ਸੀਗੀਆਂ। ਫਿਰ ਕਹਿੰਦਾ ਬਈ ਤੇਰੇ ਅੱਖਰ ਦੇ ਨਾਲ, ਤੇਰੇ ਹੱਥਾਂ ਦੇ ਨਾਲ ਸਭ ਕੁਝ ਬਣਾਇਆ ਗਿਆ ਆ। ਯਿਸੂ ਮਸੀਹ ਨੇ ਸਭ ਕੁਝ ਬਣਾਇਆ ਸੀ। ਜਿੰਨੀਆਂ ਵੀ ਚੀਜ਼ਾਂ ਸਾਨੂੰ ਦੱਸਦੀਆਂ ਆ, ਜਿੰਨੀਆਂ ਵੀ ਚੀਜ਼ਾਂ ਇਸ ਵੇਲੇ ਅਸੀਂ ਫੀਲ ਕਰ ਸਕਦੇ ਹਾਂ, ਜਿੰਨੀਆਂ ਵੀ ਚੀਜ਼ਾਂ ਅਸੀਂ ਟੇਸਟ ਸਮੈਲ ਕਰ ਸਕਦੇ ਹਾਂ, ਉਹ ਸਾਰੀਆਂ ਯਿਸੂ ਮਸੀਹ ਨੇ ਆਪ ਬਣਾਈਆਂ ਆ। ਉਹ ਸਾਨੂੰ ਇਸ ਵੇਲੇ ਕਹਿ ਰਿਹਾ ਆ, ਅਸੀਂ ਇਹ ਜਿਹੜੀ ਸ਼ਕਤੀ ਹੈ, ਇਹ ਜਿਹੜੀ ਪਾਵਰ ਜਿੰਨੀ ਵੀ ਇਨਵੈਸਟ ਕੀਤੀ ਹੋਈ ਸੀਗੀ, ਉਹ ਸਾਰੀ ਉਹਦੇ ਨਾਂ ਦੇ ਵਿੱਚ ਆਪਾਂ ਗਾਹਾਂ ਜਾ ਕੇ ਦੇਖਣਾ ਹੈ। ਤੇ ਉਹ ਨਾਂ ਸਾਨੂੰ ਆਫਰ ਕਰ ਰਿਹਾ ਆ। 11ਵੀਂ ਆਇਤ ਦੇ ਵਿੱਚ ਆਪਾਂ ਪੜ੍ਹਦੇ ਹਾਂ, ਫਿਰ ਆਪਾਂ ਹੋਰ ਦੇਖਾਂਗੇ। ਹਾਂਜੀ ਹਾਂਜੀ, ਉਹ ਨਾਸ਼ ਹੋ ਜਾਣਗੇ ਪਰ ਤੂੰ ਅਟਲ ਰਹਿੰਦਾ ਹੈ। ਜਿੰਨੀਆਂ ਵੀ ਚੀਜ਼ਾਂ ਅਸੀਂ ਦੇਖਦੇ ਹਾਂ, ਜਿੰਨੀਆਂ ਵੀ ਚੀਜ਼ਾਂ ਯਿਸੂ ਮਸੀਹ ਨੇ ਬਣਾਈਆਂ ਸੀ, ਇੱਕ ਦਿਨ ਇਹ ਨਾਸ਼ ਹੋ ਜਾਣਗੀਆਂ, ਪਰ ਤੂੰ ਕਹਿੰਦਾ ਸਦਾ ਤੱਕ ਰਹਿਣਾ। ਯਿਸੂ ਮਸੀਹ ਨੇ ਸਦਾ ਤੱਕ ਰਹਿਣਾ ਹੈ। ਉਹ ਪਰਮੇਸ਼ਰ ਆ, ਉਹ ਕਦੇ ਵੀ ਨਾਸ਼ ਹੋਣਾ ਨਹੀਂ, ਉਹਨੇ ਸਦਾ ਤੱਕ ਰਹਿਣਾ ਹੈ। ਹਾਂਜੀ, ਅਤੇ ਸਾਰੇ ਉਹ ਨਾਸ਼ ਹੋ ਜਾਣਗੇ ਪਰ ਤੂੰ ਅਟਲ ਰਹਿੰਦਾ ਹੈ। ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਜਿੰਨੀਆਂ ਵੀ ਆਪਾਂ ਚੀਜ਼ਾਂ ਦੇਖਦਾ, ਸਾਰੀਆਂ ਪੁਰਾਣੀਆਂ ਹੋਈ ਜਾਂਦੀਆਂ, ਸਾਰੀਆਂ ਖਰਾਬ ਹੋਈ ਜਾਂਦੀਆਂ, ਕਦੇ ਵੀ ਨਵੀਆਂ ਨਹੀਂ ਰਹਿੰਦੀਆਂ ਹੈਗੀਆਂ। ਪਰ ਉਹ ਯਿਸੂ ਮਸੀਹ ਨੂੰ ਕਹਿੰਦਾ ਪਰ ਤੂੰ ਅਟਲ ਰਹੂੰਗਾ, ਤੂੰ ਕਦੇ ਪੁਰਾਣਾ ਨਹੀਂ ਹੋਣਾ, ਤੇਰਾ ਕਦੇ ਖਾਤਮਾ ਨਹੀਂ ਹੋਣਾ ਹੈਗਾ, ਸਾਰਾ ਫਿਨਿਸ਼ ਕਰ ਦੇ ਚੱਲ। ਓਕੇ ਜੀ, ਹੁਣ ਆਪਾਂ 12ਵੀਂ ਆਇਤ ਪੜ੍ਹਦੇ ਹਾਂ। ਨਹੀਂ, ਤੁਹਾਡੇ 12ਵੀਂ ਚ ਆ ਗਿਆ। 11 ਸਾਰਾ ਫਿਨਿਸ਼ ਕਰ ਦੇ। 11 ਤਾਂ ਫਿਨਿਸ਼ ਹੋ ਗਈ ਹੈ। ਓਕੇ, ਫਿਰ ਇੱਕ ਵਾਰੀ ਪੜ੍ਹ ਦੇ। ਉਹ ਨਾਸ਼ ਹੋ ਜਾਣਗੇ ਪਰ ਤੂੰ ਅਟਲ ਰਹਿੰਦਾ ਹੈ। ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗ ਤੂੰ ਉਹਨਾਂ ਨੂੰ ਬਲੇਟੇਂਗਾ ਅਤੇ ਕੱਪੜੇ ਵਾਂਗ ਉਹ ਬਦਲੇ ਜਾਣਗੇ, ਪਰ ਤੂੰ ਉਹੋ ਹੀ ਹੈ ਅਤੇ ਤੇਰੇ ਵਰੇ ਮੁੱਕਣਗੇ ਨਹੀਂ। ਆਮੇਨ। ਤੇਰੇ ਵਰੇ ਮੁੱਕਣਗੇ ਨਹੀਂ, ਤੇਰੀ ਐਂਡ ਕਦੇ ਆਊਗੀ ਨਹੀਂ, ਤੂੰ ਕਦੇ ਖਾਤਮ ਨਹੀਂ ਹੋਣਾ ਹੈਗਾ। ਆਮੇਨ। ਉਹਨੇ ਸਦਾ ਤੱਕ ਰਹਿਣਾ ਆ, ਕਰਕੇ ਉਹ ਪਰਮੇਸ਼ਰ ਆ। ਸੋ ਇੱਥੇ ਸਾਨੂੰ ਬਹੁਤ ਸਾਫ਼ ਤਾਂ ਨਹੀਂ ਦੱਸ ਰਿਹਾ ਆ, ਸਾਨੂੰ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਆ। ਇਸ ਆ ਜਿਹੜਾ ਮੈਸੇਜ ਆ, ਤੁਸੀਂ ਇੱਕੋ ਵਾਰੀ ਨਹੀਂ ਸੁਣਨਾ ਹੈਗਾ, ਮੁੜ ਕੇ ਸੁਣਨਾ ਆ। ਓਕੇ, ਫਿਰ ਤੁਹਾਡੇ ਦਿਮਾਗ ਦੇ ਵਿੱਚ ਬਹਿ ਜਾਵੇ, ਤੁਹਾਡੇ ਅੰਦਰ ਆ ਜਾਵੇ, ਤੁਹਾਡੇ ਕੋਲ ਫਿਰ ਸ਼ਕਤੀ ਆਉਣ ਲੱਗ ਪੈਣੀ ਆ, ਇੱਕ ਪਾਵਰ ਆਉਣ ਲੱਗ ਪੈਣੀ ਆ। ਜਦੋਂ ਤੁਸੀਂ ਇਹ ਨਾਂ ਵਰਤਣਾ ਆ, ਦੁਸ਼ ਆਤਮਾ ਨੇ, ਡਰ ਨੇ, ਸ਼ੈਤਾਨ ਨੇ ਨੱਠਣ ਲੱਗ ਪੈਣਾ, ਕਰਕੇ ਤੁਸੀਂ ਜਾਣਨ ਲੱਗ ਪਏ ਵੀ ਇਹ ਨਾਂ ਕੌਣ, ਪਿੱਛੇ ਨਾਂ ਦੇ ਪਿੱਛੇ ਕੌਣ ਆ। ਤੇ ਆਪਾਂ ਮਾਰਕਸ ਦੀ ਫਿਲਿਪੀਅੰਸ ਦੀ ਕਿਤਾਬ ਦੇ ਵਿੱਚੋਂ ਦੇਖਦੇ ਹਾਂ, The book of Philippians chapter 2 verse 8 to 11। ਫਿਲਿਪੀਅੰਸ ਦੀ ਕਿਤਾਬ ਉਹਦਾ ਦੂਸਰਾ ਚੈਪਟਰ, ਉਹਦੀ 8 ਤੋਂ 11 ਆਇਤ ਤੱਕ ਸੁਰਿੰਦਰ ਆਪਣੇ ਵਾਸਤੇ ਪੜ੍ਹਾਂਗੇ। ਓਕੇ ਜੀ, ਫਿਲਿਪੀਅਨ 2 ਉਹਦਾ 8 ਤੋਂ ਲੈ ਕੇ 11 ਤੱਕ ਮੈਂ ਪੜ੍ਹਨ ਲੱਗੀ ਹਾਂ। ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰੀ ਬਣਿਆ। ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤਿ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਵੀ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲੀਆਂ ਤੇ ਧਰਤੀ ਉਤਲੀਆਂ ਅਤੇ ਧਰਤੀ ਦੀਆਂ ਹੇਠਲਿਆਂ ਵਿੱਚੋਂ ਹਰ ਗੋਡਾ ਨਿਭਾਇਆ ਜਾਵੇਗਾ। ਆਮੀਨ। ਪਹਿਲਾਂ ਆਪਾਂ ਦੇਖਿਆ ਹਿਬਰਾਨੀਅਨ ਦੇ ਵਿੱਚ ਉਹ ਕੋ ਨਾਂ ਸੀ ਇੱਕ,
ਜਿਹੜਾ ਸਭ ਨਾਮਾਂ ਦੇ ਉੱਪਰ ਸੀ, ਕਰਕੇ ਉਹਨੇ ਇਨਹੈਰਿਟ ਕੀਤਾ ਸੀ, ਉਹਨੇ ਪਾਇਆ ਸੀ ਪਰਮੇਸ਼ਰ ਦੇ ਕੋਲੋਂ। ਹੁਣ ਆਪਾਂ ਇੱਥੇ ਦੇਖਦੇ ਹਾਂ ਜਿਹੜੇ ਉਹਨੇ ਕੰਮ ਕੀਤੇ, ਕਰਕੇ ਉਹਨੇ ਆਪਣੇ ਆਪ ਨੂੰ ਹੰਬਲ ਕੀਤਾ, ਕਰਕੇ ਉਹਨੇ ਸਾਡੇ ਵਾਸਤੇ ਕ੍ਰਾਸ ਉੱਤੇ ਚੜਿਆ, ਤੇ ਪਰਮੇਸ਼ਰ ਨੇ ਹੁਣ ਫੇਰ ਉਹਨੂੰ ਇੱਕ ਫੇਰ ਨਾਂ ਦਿੱਤਾ ਜਿਹੜਾ ਸਭ ਨਾਮਾਂ ਦੇ ਉੱਪਰ ਦੀ ਆ। ਕਿ 8ਵੀਂ ਆਇਤ ਵਿੱਚ ਦੱਸਦਾ, ਹੀ ਹੰਬਲਡ ਹਿਮਸੈਲਫ, ਆਪਣੇ ਆਪ ਨੂੰ ਨੀਵਾਂ ਕੀਤਾ। ਫਿਰ 9ਵੀਂ ਆਇਤ ਕਹਿੰਦਾ, therefore God has also highly exalted him, ਪਰਮੇਸ਼ਰ ਨੇ ਉਹਨੂੰ ਉਦੋਂ ਵੀ ਉੱਚਾ ਕਰ ਦਿੱਤਾ। ਸੱਚੀ ਉਹਨੇ ਬਹੁਤ ਫਤਿਹ ਪਾ ਲਈ ਆ। ਹੁਣ ਉਹਨੂੰ ਇੱਕ ਨਾਂ ਦਿੱਤਾ, ਕਹਿੰਦਾ which is above every name, ਉਹਦਾ ਜਿਹੜਾ ਨਾਂ ਆ ਸਭ ਨਾਮਾਂ ਦੇ ਉੱਪਰ ਦੀ ਆ। ਜਿਹੜਾ ਨਾਂ ਤੁਸੀਂ ਮਰਜ਼ੀ ਲੈ ਲਓ, ਜਿਹੜੀ ਮਰਜ਼ੀ ਬਿਮਾਰੀ ਦਾ ਨਾਂ ਲੈ ਲਓ, ਜਿਹੜਾ ਤੋਂ ਸਾਨੂੰ ਸੁਣ ਕੇ ਕਈ ਵਾਰੀ ਡਰ ਲੱਗਦਾ ਹੈ, ਯਿਸੂ ਮਸੀਹ ਦਾ ਨਾਂ ਉੱਪਰ ਦੀ ਆ। ਇੱਥੇ ਆਪਾਂ ਦੇਖ ਰਹੇ ਹਾਂ ਉਹਨੂੰ ਪਰਮੇਸ਼ਰ ਨੇ ਇੱਕ ਨਾਂ ਦਿੱਤਾ। ਫਿਰ ਉਹ ਦੱਸਦਾ 10ਵੀਂ ਆਇਤ ਦੇ ਵਿੱਚ ਦੱਸਦਾ ਆ, that the name of Jesus, at the name of Jesus, ਯਿਸੂ ਮਸੀਹ ਦੇ ਨਾਂ ਦੇ every knee should bow, ਹਰੇਕ ਨਾਂ ਨੂੰ ਮੱਥਾ ਟੇਕਣਾ ਪੈਂਦਾ ਹੈ, and every tongue will confess, things in heaven, ਸਵਰਗਾਂ ਦੇ ਵਿੱਚ ਚੀਜ਼ਾਂ, things on the earth, ਧਰਤੀ ਉੱਤੇ ਚੀਜ਼ਾਂ, and things under the earth, ਤੇ ਜਿਹੜੀਆਂ ਚੀਜ਼ਾਂ ਹੈਗੀਆਂ ਧਰਤੀ ਦੇ ਥੱਲੇ, ਜਿੱਥੇ ਨਰਕ ਆਪਾਂ ਕਹਿ ਦਿੰਦੇ ਹਾਂ, ਜਿੰਨੇ ਵੀ ਜੀਅ ਉੱਥੇ ਰਹਿੰਦੇ ਆ, ਜਿੰਨੇ ਵੀ ਜੀਅ ਸਵਰਗਾਂ ਦੇ ਵਿੱਚ ਆ, ਜਿੰਨੇ ਵੀ ਜੀਅ ਇਸ ਧਰਤੀ ਦੇ ਉੱਤੇ ਆ, ਜਿੰਨੇ ਵੀ ਜੀਅ ਇਸ ਧਰਤੀ ਦੇ ਥੱਲੇ ਆ, ਸਾਰਿਆਂ ਨੂੰ ਯਿਸੂ ਮਸੀਹ ਨੂੰ ਪ੍ਰਭੂ ਕਹਿਣਾ ਪੈਣਾ ਹੈ, ਜੂਰਾ ਜਰ ਵੀ ਕਹਿਣਾ ਪੈਣਾ ਹੈ। ਪਰ ਹੁਣ ਅਸੀਂ ਵੋਲੰਟਰੀ ਕਹਿ ਸਕਦੇ ਹਾਂ, and every tongue shall confess, ਹਰੇਕ ਜਵਾਨ ਨੂੰ ਬੋਲ ਕੇ ਕਹਿਣਾ ਪੈਣਾ ਹੈ ਵੀ ਉਹ ਪ੍ਰਭੂ ਆ। ਸੱਚੀ ਕਈ ਵਾਰੀ ਜਦੋਂ ਆਪਾਂ ਦੁਸ਼ ਆਤਮਾ ਨਾਲ ਡੀਲ ਕਰਦੇ ਹਾਂ ਤੇ ਆਪਾਂ ਪਹਿਲਾਂ ਉਹ ਮੰਨਦੇ ਨਹੀਂ ਹੁੰਦੇ, ਪਰ ਜਦੋਂ ਅਸੀਂ ਇਨਸਿਸਟ ਕਰਦੇ ਹਾਂ that they confess Jesus as Lord, ਤੇ ਉਸ ਵੇਲੇ ਉਹਨਾਂ ਨੂੰ ਮੰਨਣਾ ਪੈਂਦਾ, ਤੇ ਉਹਨਾਂ ਨੂੰ ਜਿਹਦੇ ਵਿੱਚ ਵੀ ਹੋਵੇ ਉਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਹੈ, ਬਹੁਤ ਸਾਫ਼ ਤਰ੍ਹਾਂ ਸਾਨੂੰ ਸਮਝਾ ਰਿਹਾ ਹੈ ਬਈ ਯਿਸੂ ਮਸੀਹ ਦਾ ਨਾਮ ਸਭ ਨਾਮਾਂ ਦੇ ਉੱਪਰ ਦੀ ਆ। ਯਿਸੂ ਦਾ ਮਸੀਹ ਦਾ ਨਾਂ ਆ ਇੱਕ ਚਾਬੀ। ਕੌਣ ਉਹ ਬਚ ਸਕਦਾ ਹੈ? ਜਿਹਨੇ ਯਿਸੂ ਮਸੀਹ ਨੂੰ ਪਾਇਆ ਉਹ ਇਹ ਨਾਂ ਨੂੰ ਬਚ ਸਕਦੇ ਆ। ਉਹ ਨਾਂ ਸਾਨੂੰ ਦਿੱਤਾ ਗਿਆ ਆ। ਉਹ ਜਦੋਂ ਅਸੀਂ ਉਹਦਾ ਵੈਲਿਊ ਸਮਝਣ ਲੱਗਦੇ ਆ ਫਿਰ ਸਾਨੂੰ ਪਤਾ ਲੱਗਦਾ ਹੈ ਉਹਦਾ ਵੈਲਿਊ ਦਾ, ਨਹੀਂ ਤਾਂ ਅਸੀਂ ਉਹਨੂੰ ਐਵੇਂ ਜਿਹਾ ਸਮਝ ਲੈਂਦੇ ਹਾਂ। ਇੱਥੇ ਮੈਂ ਇੱਕ ਮਾੜੀ ਜਿਹੀ ਸਟੋਰੀ ਦੱਸਦਾ, ਸੱਚੀ ਸਟੋਰੀ ਆ। ਮੇਰੇ ਖਿਆਲ 'ਚ ਮੈਂ 3-4 ਸਾਲਾਂ ਦਾ ਸੀਗਾ। ਉਸ ਜਵਾਨੇ ਦੇ ਵਿੱਚ ਮੈਂ ਕਦੇ ਵੀ 100 ਦਾ ਰੁਪਈਆ ਨਹੀਂ ਦੇਖਿਆ ਸੀਗਾ। ਓਕੇ, ਉਸ ਵੇਲੇ ਆਪਣੇ ਕੋਲ ਦੁਆਨੀਆਂ ਚੁਆਨੀਆਂ ਹੁੰਦੀਆਂ ਸੀਗੀਆਂ ਤੇ ਬਾਰੀ ਬਾਰੀ ਅਸੀਂ ਭਾਅ ਨਹੀਂ ਦੇਖਦੇ ਹੁੰਦੇ ਸੀ, ਕਦੇ ਕਦੇ ਰੁਪਈਆ ਦੇਖਦੇ ਹੁੰਦੇ ਸੀਗੇ ਨੋਟ, ਪਰ ਉਹ ਬਾਰੀ ਵਾਰੀ ਅਸੀਂ ਚਾਂਦੀ ਦੇ ਰੁਪਈਏ ਨੂੰ ਦੇਖਦੇ ਸੀਗੇ। ਤੇ ਇੱਕ ਵਾਰੀ ਮੈਂ ਘਰ ਤੋਂ ਬਾਹਰ ਇੱਕ ਸੜਕ ਤੇ ਤੁਰੇ ਜਾਂਦਾ, ਰੋਡ ਤੇ ਤੁਰੇ ਜਾਂਦਾ ਇੰਡੀਆ ਦੇ ਵਿੱਚ, ਉੱਪਰ ਭੂਪੇ ਦੇ ਵਿੱਚ, ਤੇ ਉੱਥੇ ਮੈਨੂੰ ਇੱਕ ਬਹੁਤ ਨਵਾਂ ਮੈਂ ਕਾਗਜ਼ ਦੇਖਿਆ ਜਿਹੜਾ 100 ਦਾ ਰੁਪਈਆ ਸੀ, ਪਰ ਮੈਨੂੰ ਪਤਾ ਨਹੀਂ ਸੀ ਉਹ 100 ਦਾ ਰੁਪਈਆ ਆ। ਮੈਂ ਉਹਨੂੰ ਚੱਕ ਲਿਆਂਦਾ ਕਰਕੇ ਮੈਨੂੰ ਦੇਖਣ ਨੂੰ ਸੋਹਣਾ ਲੱਗਦਾ ਸੀ। ਓਕੇ, ਜਿਹੜੀ ਨਵਾਂ ਕਾਗਜ਼ ਹੋਵੇ, ਤਾਜ ਹੋਵੇ ਤਾਂ ਸੋਹਣੀ ਲੱਗਦੀ, ਮੈਂ ਚੱਕ ਲਿਆ। ਇੱਕ ਹੋਰ ਮੁੰਡਾ ਸੀ ਜਿਹੜਾ 14-15 ਸਾਲਾਂ ਦਾ ਸੀ, ਮੈਂ ਉਸ ਵੇਲੇ 3-4 ਸਾਲਾਂ ਦਾ ਸੀ, ਉਹ 14-15 ਸਾਲਾਂ ਦਾ ਸੀ। ਉਹ ਕਹਿੰਦਾ ਆਹ ਕਾਗਜ਼ ਮੈਨੂੰ ਦੇ ਦੇ, ਮੈਂ ਤੈਨੂੰ ਇਹਦੇ ਬਦਲੇ ਹੋਰ ਕੋਈ ਚੰਗੀ ਨਹੀਂ ਸੋਹਣੀ ਚੀਜ਼ ਦੇ ਦੇਣਾ। ਪਹਿਲਾਂ ਮੈਂ ਉਹਨੂੰ ਦੇਣ ਲੱਗਾ ਸੀ, ਫਿਰ ਮੈਂ ਕਿਹਾ ਨਹੀਂ, ਮੈਂ ਇਹ ਰੱਖ ਲੈਣਾ। ਕਾਹਤੇ ਕਰਕੇ ਮੈਂ ਉਹਦਾ ਵੈਲਿਊ ਨਹੀਂ ਜਾਣਦਾ ਹੈਗਾ। ਪਰ ਜਦੋਂ ਮੈਂ ਘਰ ਲੈ ਕੇ ਗਿਆ, ਮੇਰੇ ਬਾਬੇ ਨੇ ਉਹ ਦੇਖਿਆ, ਕਹਿੰਦਾ ਇਹ ਤਾਂ 100 ਦਾ ਰੁਪਈਆ ਹੈ। ਓਕੇ, ਮੈਂ ਉਦੋਂ ਕਨਸੈਪਟ ਮੈਂ ਸਮਝ ਵੀ ਨਹੀਂ ਸਕਦਾ ਸੀ 100 ਦਾ ਰੁਪਈਆ ਕੀ ਹੁੰਦਾ ਹੈ। 100 ਰੁਪਏ ਦਾ ਨੋਟ, 100 ਰੁਪਈਏ ਦਾ ਨੋਟ। ਓਕੇ, ਸੋ ਅੱਜ ਕੱਲ੍ਹ ਵਾਸਤੇ ਆਪਣੀ ਮਾਮੂਲੀ ਚੀਜ਼ ਆ, ਪਰ ਉਸ ਵਾਲੇ ਬਹੁਤ ਵੱਡੀ ਚੀਜ਼ ਸੀਗੀ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਇਸ ਵੇਲੇ ਸਾਨੂੰ ਸਮਝ ਨਹੀਂ ਲੱਗਦੀ ਹੈ ਕਿ ਯਿਸੂ ਮਸੀਹ ਦੇ ਨਾਂ ਦੇ ਵਿੱਚ ਇੰਨੀ ਸ਼ਕਤੀ ਕਿੱਦਾਂ ਹੋ ਸਕਦੀ ਹੈ। ਓਕੇ, ਪਰ ਜਦੋਂ ਅਸੀਂ ਉਹਦੇ ਬਾਰੇ ਸੋਚਣ ਲੱਗਦੇ ਹਾਂ, ਜਦੋਂ ਅਸੀਂ ਉਹਦੇ ਬਾਰੇ ਡਵੈਲ ਕਰਨ ਲੱਗਦੇ ਹਾਂ, ਜਦੋਂ ਸਾਨੂੰ ਉਹਦੇ ਬਾਰੇ ਹੋਰ ਪੜ੍ਹਨ ਲੱਗਦੇ ਹਾਂ, ਜਦੋਂ ਅਸੀਂ ਉਹਨੂੰ ਰੋਜ਼ ਕਨਫੈਸ ਕਰਨ ਲੱਗਦੇ ਹਾਂ, ਸਾਡੇ ਅੰਦਰ ਬਹਿਣ ਲੱਗਦਾ ਆ
ਫਿਰ ਜਿੱਦਾਂ ਪਤਰਸ ਨੂੰ ਪਤਾ ਲੱਗਾ ਸੀਗਾ ਯਿਸੂ ਮਸੀਹ ਕੌਣ ਆ, ਸਾਡੇ ਅੰਦਰ ਵੀ ਪੈਣੀ ਡ੍ਰੌਪ ਹੋ ਜਾਣੀ ਆ, ਸਾਨੂੰ ਵੀ ਸਮਝ ਲੱਗਣਾ ਪੈਣੀ ਆ। ਫਿਰ ਅਸੀਂ ਦਿਲਬਰੀ ਦੇ ਵਿੱਚ ਡਰ ਨੂੰ ਹੁਕਮ ਦੇਣਾ ਆ ਤੇ ਉਹਨੇ ਛੱਡ ਕੇ ਚੱਲ ਜਾਣਾ। ਸੋ ਸਾਨੂੰ ਇੱਥੇ ਸਮਝਾ ਰਿਹਾ ਆ ਬਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਿੰਨੀ ਸ਼ਕਤੀ ਆ, ਕਿੰਨੀ ਪਾਵਰ ਆ, ਤੇ ਇਹ ਸਾਨੂੰ ਅਸੀਂ ਜਾਣਦੇ ਨਹੀਂ ਹਲੇ, ਪਰ ਅਸੀਂ ਜਾਣ ਸਕਦੇ ਹਾਂ। ਮਾਰਕਸ ਦੀ ਕਿਤਾਬ ਦੇ ਵਿੱਚ ਉਹਦਾ 16ਵਾਂ ਚੈਪਟਰ, ਤੇ ਆਪਾਂ ਪਹਿਲਾਂ 15 ਤੇ 16 ਆਇਤ ਪੜਾਂਗੇ, ਫਿਰ ਥੋੜ੍ਹੇ ਅਗਾਂਹ ਪੜਾਂਗੇ। ਹਾਂਜੀ, ਮਾਰਕਸ ਚੈਪਟਰ 16 ਐਂਡ ਵਰਸ 15। ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨਿਸ਼ਚਾ ਕਰੇ ਉਹ ਬਪਤਿਸਮਾ ਲਵੇ, ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਊਗਾ। ਸੋ ਖੁਸ਼ਖਬਰੀ ਦੱਸਣ ਦਾ ਸਾਨੂੰ ਹੁਕਮ ਆ, ਇਹਦੇ ਵਿੱਚ ਅਸੀਂ ਤੁਹਾਨੂੰ ਖੁਸ਼ਖਬਰੀ ਦੱਸ ਰਹੇ ਹਾਂ। ਇਹਦੇ ਵਿੱਚ ਖੁਸ਼ਖਬਰੀ ਇਹ ਆ, ਯਿਸੂ ਮਸੀਹ ਦੇ ਨਾਂ ਦੇ ਵਿੱਚ ਮੁਕਤੀ ਵੀ ਆ, ਪਾਪਾਂ ਦੀ ਮਾਫੀ ਵੀ ਆ, ਅੱਜ ਅਸੀਂ ਪਾ ਸਕਦੇ ਹਾਂ। ਜਿਹੜੇ ਯਕੀਨ ਰੱਖਣਗੇ, ਜਿਹੜਾ ਭਰੋਸਾ ਰੱਖਣਗੇ, ਉਹ ਸਦਾ ਦਾ ਜੀਵਨ ਪਾ ਲੈਣਗੇ। ਜਿਹੜੇ ਨਾ ਰੱਖਣਗੇ, ਉਹਨਾਂ ਤੇ ਦੋਸ਼ ਆਲਰੇਡੀ ਲਗਾਇਆ, ਆਲਰੇਡੀ ਨਰਕਾਂ ਨੂੰ ਜਾ ਰਹੇ ਆ। ਪਰ ਪਰਮੇਸ਼ਰ ਪਿਤਾ ਨੇ ਇੰਨਾ ਰਹਿਮ ਕੀਤਾ, ਉਹਨੇ ਆਪਣਾ ਬੇਟਾ ਭੇਜਿਆ, ਜੋ ਆਪਾਂ ਹਬਰਾਨੀਆਂ ਦੀ ਕਿਤਾਬ ਵਿੱਚੋਂ ਪੜ੍ਹ ਕੇ ਹਟੇ, ਜਿਹਨੇ ਦੁਨੀਆ ਬਣਾਈ ਸੀਗੀ, ਜਿਹੜੇ ਆਪਣੇ ਬਚਨ ਦੇ ਨਾਲ ਸਭ ਕੁਝ ਚਲਾਉਂਦਾ ਆ, ਉਹਨੂੰ ਭੇਜਿਆ। ਉਹ ਸਾਡੀ ਮੌਤੇ ਮਰਿਆ। ਹੁਣ ਉਹ ਕਹਿ ਰਿਹਾ, ਜੇ ਤੁਸੀਂ ਉਹ 'ਤੇ ਯਕੀਨ ਰੱਖੋਗੇ, ਭਰੋਸਾ ਰੱਖੋਗੇ, ਫਿਰ ਬੈਪਟਿਜ਼ਮ ਲਓਗੇ ਤੇ ਤੁਸੀਂ ਬਚਾਏ ਜਾਓਗੇ। ਸੱਚੀ ਅਸੀਂ ਅੱਜ ਮੁਕਤੀ ਪਾ ਸਕਦੇ ਹਾਂ। ਅਸੀਂ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਸੱਦ ਸਕਦੇ ਹਾਂ। ਜਿਹੜੀ ਸਜ਼ਾ ਯਿਸੂ ਮਸੀਹ ਨੇ ਝੱਲੀ ਸੀਗੀ, ਉਹਨਾਂ ਸਾਨੂੰ ਮਾਫੀ ਮਿਲ ਸਕਦੀ ਆ। ਪਰਮੇਸ਼ਰ ਦਾ ਬਚਨ ਇੱਦਾਂ ਵੀ ਦੱਸਦਾ, ਜਿਨ੍ਹਾਂ ਨੇ ਯਿਸੂ ਮਸੀਹ ਨੂੰ ਪਾਲਿਆ, ਉਹਨੇ ਮੁਕਤੀ ਪਾ ਲਈ। ਉਹਦੇ ਨਾਂ ਦੇ ਵਿੱਚ ਇੰਨੀ ਸ਼ਕਤੀ ਆ। ਸੋ ਫਿਰ ਉਹ 17ਵਾਂ ਤੇ 18ਵੀਂ ਆਇਤ ਆਪਾਂ ਪੜਾਂਗੇ ਹੁਣ। ਹਾਂਜੀ, ਉੱਥੇ ਇੱਦਾਂ ਲਿਖਿਆ ਹੈ 17ਵੀਂ ਦੇ ਵਿੱਚ, ਇਸੇ ਚੈਪਟਰ 16ਵੇਂ ਦੇ ਵਿੱਚ, ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ। ਨਿਸ਼ਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ। ਬਹੁਤ ਲੋਕੀ ਕਹਿੰਦੇ ਅਸੀਂ ਨਿਸ਼ਚਾ ਕਰਨ ਵਾਲੇ ਹਾਂ, ਪਰ ਉਹਨਾਂ ਦੇ ਨਾਲ ਇਹ ਨਿਸ਼ਾਨ ਹੈ ਨਹੀਂਗੇ। ਫਿਰ ਮੈਂ ਇਦਾਂ ਕਹਿ ਸਕਦਾ ਹਾਂ, ਓਕੇ, ਬਚਨ ਦੇ ਹਿਸਾਬ ਨਾਲ, ਮੈਂ ਆਪਣੇ ਹਿਸਾਬ ਨਾਲ ਨਹੀਂ ਕਹਿੰਦਾ ਹੈਗਾ, ਜੇ ਨਿਸ਼ਾਨ ਨਹੀਂ ਹੈਗੇ, ਫਿਰ ਮੈਨੂੰ ਡਾਊਟ ਆਉਂਦਾ ਆ, ਮੈਨੂੰ ਸ਼ੱਕ ਆਉਂਦੀ ਆ ਵੀ ਉਹ ਨਿਸ਼ਚਾ ਕਰਨ ਵਾਲੇ ਹੈਗੇ ਆ। ਕਰਕੇ ਬਾਈਬਲ ਦੱਸਦੀ ਆ, ਜਗਦੀਸ਼ ਨਹੀਂ ਕਹਿੰਦਾ ਹੈਗਾ, ਬਾਈਬਲ ਕਹਿੰਦੀ ਆ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਆਹ ਨਿਸ਼ਾਨ ਹੋਣਗੇ। ਸੋ ਇਹਦਾ ਮਤਲਬ ਅਸੀਂ ਨਿਸ਼ਚਾ ਕਰਨ ਵਾਲਿਆਂ ਨੂੰ ਪਛਾਣ ਸਕਦੇ ਹਾਂ। ਕਿੱਦਾਂ ਪਛਾਣ ਸਕਦੇ ਹਾਂ? ਆਹ ਸਾਈਨ ਹੋਣਗੇ, ਆਹ ਨਿਸ਼ਾਨ ਹੋਣਗੇ। ਕੀ ਨਿਸ਼ਾਨ ਹੈ ਜੀ? ਪੜ੍ਹਿਓ ਤਾਂ। ਨਿਸ਼ਚਾ, ਫਿਰ ਕੀ ਸਾਰੇ ਪੜ੍ਹ ਦਿੰਦੀ, ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ, ਯਿਸੂ ਮਸੀਹ ਦਾ ਨਾਮ ਲੈ ਕੇ, ਹਾਂਜੀ, ਭੂਤਾਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ। ਹਾਂਜੀ, 18ਵੀਂ ਆਇਤ ਵਿੱਚ ਲਿਖਿਆ, ਉਹ ਸੱਪਾਂ ਨੂੰ ਚੁੱਕ ਲੈਣਗੇ, ਜੇ ਉਹ ਸੱਪ ਵੀ ਉਹਨਾਂ ਨੂੰ ਦੰਦੀ ਵੱਢਦੇ ਉਹ ਚੱਕ ਲੈਣ, ਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ, ਜੇ ਉਹਨਾਂ ਕੋਲ ਭੁਲੇਖੇ ਨਾ ਜਾਂ ਕਿਸੇ ਨੇ ਜ਼ਹਿਰ ਵਾਲੀ ਚੀਜ਼ ਵੀ ਪਿਲਾਤੀ, ਤਾਂ ਉਹਨਾਂ ਦਾ ਕੁਝ ਨਹੀਂ ਵਿਚਲੂਗਾ, ਕੁਝ ਵੀ ਵਿਗੜੂਗਾ ਨਹੀਂ। ਉਹ ਰੋਗੀਆਂ ਉੱਤੇ ਹੱਥ ਰੱਖਣਗੇ, ਉਹ ਬਿਮਾਰਾਂ ਦੇ ਉੱਤੇ ਹੱਥ ਰੱਖਣਗੇ, ਤੇ ਉਹ ਚੰਗੇ ਹੋ ਜਾਣਗੇ, ਬਿਮਾਰ ਚੰਗੇ ਹੋ ਜਾਣਗੇ। ਇਹ ਨਿਸ਼ਾਨ ਉਹਨਾਂ ਦੇ ਨਾਲ ਆ ਜਿਹੜੇ ਯਕੀਨ ਰੱਖਦੇ ਆ। ਆਮੀਨ। ਓਕੇ, ਇੱਥੇ ਪਾਸਟਰਾਂ ਦੀ ਗੱਲ ਨਹੀਂ ਕਰ ਰਿਹਾ ਹੈਗਾ, ਇੱਥੇ ਅਪੋਸਟਲਸ ਦੀ ਗੱਲ ਕਰ ਨਹੀਂ ਰਿਹਾ। ਬਹੁਤ ਲੋਕੀ ਆਪਣੇ ਆਪ ਨੂੰ ਅਪੋਸਟਲ ਸੱਦਣਾ ਚਾਹੁੰਦੇ ਆ, ਪਾਸਟਰ ਸੱਦਣਾ ਚਾਹੁੰਦੇ ਆ, ਬਹੁਤ ਲੋਕੀ ਪ੍ਰੋਫਿਟ ਸੱਦਣਾ ਚਾਹੁੰਦੇ ਆ। ਦੈਟਸ ਫਾਈਨ, ਇਹ ਉਹਨਾਂ ਦੀ ਮਰਜ਼ੀ ਆ। ਪਰ ਇੱਥੇ ਬਲੀਵਰਾਂ ਦੀ ਗੱਲ ਕਰ ਰਿਹਾ ਹੈ, ਨੇਚਾ ਰੱਖਣ ਵਾਲਿਆਂ ਦੀ ਗੱਲ ਕਰ ਰਿਹਾ ਹੈ। ਤੁਹਾਡੇ ਮਗਰ ਇਹ ਸਾਈਨ ਹੋਣਗੇ। ਇੱਥੋਂ ਅਸੀਂ ਪਛਾਣੇ ਜਾਣਗੇ ਵੀ ਅਸੀਂ ਨੇਚਾ ਕਰਨ ਵਾਲੇ ਹਾਂ। ਬਹੁਤ ਵਾਰੀ ਅਸੀਂ ਪਾਸਟਰਾਂ ਵੱਲ ਨੂੰ ਦੇਖਦੇ ਹਾਂ, ਅਸੀਂ ਲੀਡਰਾਂ ਵੱਲ ਨੂੰ ਦੇਖਦੇ ਹਾਂ ਵੀ ਉਹਨਾਂ ਦੇ ਨਾਲ ਇਸ ਸਾਈਨ ਨਿਸ਼ਾਨ ਹੋਣਗੇ, ਪਰ ਉਹ ਵੀ ਨੇਚਾ ਰੱਖਣ ਵਾਲੇ, ਸੋ ਉਹਨਾਂ ਨਾਲ ਵੀ ਚਾਹੀਦੇ ਆ। ਓਕੇ, ਉਹ ਪਰ ਇਹ ਨੇਚਾ ਨਾਲ ਰੱਖਣ ਵਾਲਿਆਂ ਦੇ ਵਾਲੇ ਆ। ਜੇ ਤੁਸੀਂ ਨੇਚਾ ਰੱਖਣ ਵਾਲੇ ਆ, ਤੁਸੀਂ ਵੀ ਅੱਜ ਪ੍ਰੇ ਕਰ ਸਕਦੇ ਆ, ਤੁਸੀਂ ਵੀ ਅੱਜ ਦੁਸ਼ ਆਤਮਾ ਨੂੰ ਹੁਕਮ ਦੇ ਸਕਦੇ ਆ। ਕਿਹਦੇ ਵਿੱਚ? ਆਪਣੇ ਨਾਂ ਦੇ ਵਿੱਚ ਨਹੀਂ। ਕੀ ਪੜਿਆ ਸੀ? ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੀਨ।
ਉਹ ਨਾਂ ਸਾਨੂੰ ਇੱਥੇ ਯਿਸੂ ਮਸੀਹ ਆਪ ਦੇ ਕੇ ਚੱਲਿਆ ਆ। ਹਮ, ਕਹਿੰਦਾ ਮੇਰੇ ਨਾਂ ਦੇ ਵਿੱਚ। ਹਮ, ਪਰ ਪਹਿਲਾਂ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਪਹਿਲਾਂ ਸਾਨੂੰ ਉਹਨੂੰ ਮੰਨਣ ਦੀ ਜ਼ਰੂਰਤ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਸੱਦਣ ਦੀ ਜ਼ਰੂਰਤ ਹੈ। ਸਾਨੂੰ ਹੱਕ ਮਿਲੇ। ਹਮ, ਸਾਡੇ ਕੋਲ ਕੋਈ ਹੱਕ ਨਹੀਂ ਹੈਗਾ ਉਹਦਾ ਨਾਮ ਵਰਤਣ ਨੂੰ, ਜਿੰਨਾ ਚਿਰ ਅਸੀਂ ਉਹਦੇ ਕੋਲ ਨਹੀਂ ਆਉਂਦੇ, ਆਮੇਨ, ਜਿੰਨਾ ਚਿਰ ਅਸੀਂ ਉਸ ਫੈਮਿਲੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਹੈਗੇ। ਸਾਡੇ ਕੋਲ ਹੱਕ ਹੈ ਨਹੀਂਗਾ ਉਹ ਨਾਂ ਵਰਤਣ ਨੂੰ। Yeah. ਸਾਨੂੰ ਉਹ ਹੱਕ ਉਦੋਂ ਮਿਲਦਾ ਆ ਜਦੋਂ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਸਾਧਦੇ ਹਾਂ, ਉਹਦੇ ਫੈਮਿਲੀ ਦੇ ਮੈਂਬਰ ਬਣਦੇ ਹਾਂ, ਪਰਮੇਸ਼ਰ ਦੇ ਬੇਟੇ ਬੇਟੀਆਂ ਬਣਦੇ ਹਾਂ, ਫਿਰ ਸਾਡੇ ਕੋਲ ਹੱਕ ਮਿਲਦਾ ਹੈ। ਆਮੇਨ, ਬਹੁਤ ਲੋਕਾਂ ਨੇ ਕਹਿਣਾ ਅਸੀਂ ਵੀ ਪਰਮੇਸ਼ਰ ਦੇ ਬੇਟੇ ਬੇਟੀਆਂ ਆ, ਅਸੀਂ ਵੀ ਉਹਦੇ ਫੈਮਿਲੀ ਦੇ ਆ। ਇੱਥੋਂ ਪਛਾਣਿਆ ਜਾਂਦਾ ਆ ਉਹਦੇ ਜਿਹੜੇ ਫੈਮਿਲੀ ਦੇ ਮੈਂਬਰ ਆ, ਉਹ ਜਦੋਂ ਬਿਮਾਰਾਂ ਉੱਤੇ ਹੱਥ ਰੱਖਦੇ ਆ ਉਹ ਸ਼ਿਫਾ ਪਾਉਂਦੇ ਆ, ਉਹ ਹੋਰਨਾਂ ਜ਼ੁਬਾਨਾਂ 'ਚ ਬੋਲਦੇ ਆ, ਉਹ ਭੂਤਾਂ ਨੂੰ ਹੁਕਮ ਦਿੰਦੇ ਆ, ਹਮ, ਤੇ ਉਹਨਾਂ ਨੂੰ ਜਾਣਾ ਪੈਂਦਾ ਆ, ਉਹ ਪਛਾਣੇ ਜਾਂਦੇ ਆ। ਇੱਥੇ ਉਹ ਉਹਨਾਂ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ ਫਰਕ ਰੱਖਦਾ ਹੈ, ਅਸੀਂ ਪਛਾਣ ਸਕਦੇ ਹਾਂ। ਸੋ ਇੱਥੇ ਸਾਨੂੰ ਉਹਨਾਂ ਦੇ ਵਿੱਚ ਭਰੋਸਾ ਰੱਖਣ ਦੀ ਜ਼ਰੂਰਤ ਹੈ, ਇੱਥੇ ਸਾਨੂੰ ਦੇਖਣ ਦੀ ਜ਼ਰੂਰਤ ਹੈ। ਅੱਜ ਸਾਨੂੰ ਚੈੱਕ ਕਰਨ ਦੀ ਜ਼ਰੂਰਤ ਹੈ ਅਸੀਂ ਕਿੱਥੇ ਹਾਂ। ਆਮੇਨ, ਤੁਸੀਂ ਅੱਜ ਯਿਸੂ ਮਸੀਹ ਨੂੰ ਜੇ ਉਹਦਾ ਨਾਮ ਵਰਤਣਾ ਚਾਹੁੰਦੇ ਆ ਤੇ ਅਸੀਂ ਉਹਨੂੰ ਅੱਜ ਆਪਣੇ ਜੀਵਨ ਸੱਦ ਸਕਦੇ ਹਾਂ। ਆਮੇਨ, ਜੇ ਤੁਸੀਂ ਅੱਜ ਉਹਨੂੰ ਜੀਵਨ ਵਿੱਚ ਸੱਦਣਾ ਚਾਹੁੰਦੇ ਆ ਤਾਂ ਫਿਰ ਤੁਸੀਂ ਅੱਜ ਮੇਰੇ ਨਾਲ ਜਦੋਂ ਮਗਰੋਂ ਮੈਂ ਪ੍ਰੇ ਕਰਨੀ, ਤੁਸੀਂ ਪ੍ਰੇ ਕਰ ਸਕਦੇ ਆ praise the Lord. ਤੇ ਉਹ ਤੁਹਾਡੇ ਜੀਵਨ 'ਚ ਆ ਜਾਊਗਾ। Yeah. ਤੁਹਾਨੂੰ ਫਿਰ ਹੱਕ ਮਿਲ ਜਾਣਾ। ਹਮ, ਜਦੋਂ ਅਸੀਂ ਫੈਮਿਲੀ ਦੇ ਵਿੱਚ ਆ ਜਾਂਦੇ ਆ, ਸਾਡੇ ਕੋਲ ਹੱਕ ਹੈਗਾ ਆ ਬਈ ਅਸੀਂ ਉਸ ਨਾਂ ਨੂੰ ਵਰਤ ਗਏ। Yeah. ਓਕੇ, ਜੇ ਅਸੀਂ ਉਪਲਾਂ ਦੀ ਫੈਮਿਲੀ ਆ, ਜੇ ਤੁਸੀਂ ਉਪਲਾਂ ਦੀ ਫੈਮਿਲੀ ਵਿੱਚ ਆ ਗਏ ਆ, ਤੁਹਾਡੇ ਕੋਲ ਹੱਕ ਹੈਗਾ ਆ, ਤੁਸੀਂ ਆਪਣੇ ਆਪ ਨੂੰ ਉੱਪਲ ਕਹਾ ਸਕਦੇ ਆ, ਤੁਸੀਂ ਉਪਲਾਂ ਦੀ ਫੈਮਿਲੀ ਵਿੱਚ ਆ ਗਏ ਆ। ਸੋ ਸਾਨੂੰ ਉਹ ਹੱਕ ਦੇਣ ਦਾ ਇੱਥੇ ਨਾ ਲੱਗੇ, ਸਾਨੂੰ ਇੱਕ ਹੱਕ ਦੇ ਰਿਹਾ ਉਹ ਨਾ ਵਰਤਣ ਨੂੰ। ਫਿਰ ਮੈਂ ਕਹਿੰਦਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਹੁਣ ਮੈਂ ਦੱਸਣ ਲੱਗਾ, ਜਦੋਂ ਅਸੀਂ ਉਹ ਨਾ ਵਰਤਦੇ ਹਾਂ ਤੇ ਸ਼ੈਤਾਨ ਕੰਬਣ ਲੱਗ ਪੈਂਦਾ ਆ। ਅਸੀਂ ਕਿੱਦਾਂ ਟੈਸਟ ਕਰ ਸਕਦੇ ਹਾਂ, ਅਸੀਂ ਕਿੱਦਾਂ ਇਹਨੂੰ ਚੈੱਕ ਆਊਟ ਕਰ ਸਕਦੇ ਹਾਂ ਵੀ ਨਾਂ ਦੇ ਵਿੱਚ ਸ਼ਕਤੀ ਹੈਗੀ ਆ। ਈਜ਼ੀ, ਬਹੁਤ ਸਕਾਲਾ ਆ। ਜਦੋਂ ਵੀ ਤੁਹਾਨੂੰ ਡਰ ਲੱਗਦਾ ਆ, ਬਹੁਤ ਕੁਆਇਟਲੀ, ਜ਼ਰੂਰੀ ਉੱਚੀ ਪਾਉਣ ਦੀ ਜ਼ਰੂਰਤ ਨਹੀਂ, ਰੌਲੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਕਿਤੇ ਚੱਲ ਗਏ ਜਾਂ ਕਿਤੇ ਡਰ ਲੱਗਦਾ ਆ, ਤੁਸੀਂ ਆਪਣੀ ਜੀਭ ਦੇ ਥੱਲੇ ਜੀਸਸ 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 ਕਹਿਣ ਲੱਗ ਪਓ। ਥੋੜੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਆ ਤੁਹਾਡੇ ਉੱਤੇ ਸ਼ਾਂਤੀ ਹੋ ਜਾਣੀ ਆ, ਡਰ ਨੇ ਪਿਛਾ ਹਟ ਜਾਣਾ ਆ। ਕਰਕੇ ਜਿਹੜੀ ਡਰ ਦੀ ਸਪਿਰਿਟ ਆ ਉਹ ਪਰਮੇਸ਼ਰ ਦੇ ਕੋਲੋਂ ਨਹੀਂ ਆਉਂਦੀ ਹੈਗੀ। ਬਾਈਬਲ ਦੱਸਦੀ ਹੈ for he has not given us the spirit of fear, ਉਹਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਹੈਗਾ, ਉਹ ਦੌਰਸ਼ਾ ਆਤਮਾ ਆ ਜਿਹੜਾ ਡਰ ਦਾ ਆਤਮਾ ਹੈ। ਜਦੋਂ ਅਸੀਂ ਯਿਸੂ ਮਸੀਹ ਦਾ ਨਾਮ ਲੈਣ ਲੱਗ ਪੈਂਦੇ ਆ, ਦੌਰਸ਼ਾ ਆਤਮਾ ਉਹ ਪਿਛਾ ਨੂੰ ਨੱਠਣ ਲੱਗ ਪੈਂਦਾ, ਉਹ ਪਿਛਾ ਨੂੰ ਜਾਣ ਲੱਗ ਪੈਂਦਾ। ਸੋ ਜਦੋਂ ਤੁਸੀਂ 10 ਕੁ ਵਾਰੀ ਆਪਣੀ ਜੀਭ ਦੇ ਥੱਲੇ ਨਾਂ ਲਿਆ ਜੀਸਸ ਜੀਸਸ, ਸ਼ੈਤਾਨ ਨੇ, ਡਰ ਦੇ ਆਤਮਾ ਨੇ ਪਿਛਾ ਨੂੰ ਹਟਣ ਲੱਗ ਪੈਣਾ। ਇੱਕ ਸ਼ਾਂਤੀ, ਇੱਕ ਧੀਰਜ, ਇੱਕ ਖੁਸ਼ੀ ਸਾਡੇ ਤੇ ਆਉਣ ਲੱਗ ਪੈਣਾ ਹੈ। ਸੋ ਤੁਸੀਂ ਚੈੱਕ ਆਊਟ ਕਰ ਸਕਦੇ ਆ, ਇਸ ਨਾਂ ਦੇ ਵਿੱਚ ਸ਼ਕਤੀ ਆ, ਇਸ ਨਾਂ ਦੇ ਵਿੱਚ ਪਾਵਰ ਆ। ਇਹ ਚਾਬੀ ਆ ਜਿਹੜੀ ਸ਼ੈਤਾਨ ਨੂੰ ਨਠਾਉਂਦੀ ਆ, ਇਹ ਚਾਬੀ ਆ ਜਿਹੜੀ ਸਾਨੂੰ ਪਰਮੇਸ਼ਰ ਦੇ ਕੋਲ ਨੂੰ ਲੈ ਕੇ ਜਾਂਦੀ ਆ, ਇਹ ਚਾਬੀ ਆ ਜਿਹਦੇ ਨਾਲ ਅਸੀਂ ਸਵਰਗਾਂ ਦਾ ਗੇਟ ਖੋਲਦੇ ਆ, ਇਹ ਚਾਬੀ ਆ ਜਿਹਦੇ ਨਾਲ ਅਸੀਂ ਨਰਕਾਂ ਦੇ ਗੇਟ ਤੋਂ ਉਤਰ ਸਕਦੇ ਆ ਤੇ ਇਸ ਪਰਮੇਸ਼ਰ ਦੇ ਗੇਟ ਵਿੱਚ ਆ ਸਕਦੇ ਆ। ਅੱਜ ਸਾਨੂੰ ਪਰਮੇਸ਼ਰ ਸੱਦਾ ਦੇ ਰਿਹਾ ਹੈ। ਸੁਰਿੰਦਰ 2 ਗੱਲਾਂ ਕਹੂਗੀ, ਫਿਰ ਮੈਂ ਮਗਰੋਂ ਪ੍ਰੇ ਕਰੂੰਗਾ ਤੇ ਤੁਹਾਨੂੰ ਹੁਣ ਸਿਖਾਲਿਆ ਤੁਸੀਂ ਕਿੱਦਾਂ ਬਚ ਸਕਦੇ ਆ। ਅਗਲੇ ਹਫ਼ਤੇ ਨੂੰ ਆਪਾਂ ਇਦੋਂ ਗਾਹਾਂ ਵਧਾਂਗੇ, ਜਿੱਦਾਂ ਤੁਸੀਂ ਇਹ ਪ੍ਰੇ ਦੇ ਨਾਲ ਮੇਰੇ ਨਾਲ ਜੁੜੇਗਾ, ਜਿੱਦਾਂ ਤੁਸੀਂ ਇਸ ਬਾਈਬਲ ਸਟੱਡੀ ਨਾਲ ਜੁੜੇਗਾ। ਜਦੋਂ ਆਪਾਂ ਅਖੀਰਲਾ 5ਵੀਂ 6ਵੀਂ ਵੀਕ ਦੇ ਵਿੱਚ ਗਏ ਤੇ ਤੁਸੀਂ ਵੀ ਇਸ ਨਾਂ ਬਹੁਤ ਦਿਲਬਰੀ ਦੇ ਨਾਲ, ਬਹੁਤ ਪਾਵਰ ਦੇ ਨਾਲ ਵਰਤਣਾ ਹੈ ਤੇ ਤੁਸੀਂ 6 ਹਫ਼ਤਿਆਂ ਦੇ ਵਿੱਚ ਇੱਕ ਬਹੁਤ ਪਾਵਰਫੁਲ ਮੈਨ ਐਂਡ ਵੂਮਨ ਪਰਮੇਸ਼ਰ ਦੇ ਬਣ ਜਾਣਾ ਹੈ। ਸੋ ਆਪਾਂ ਹੁਣ ਸੁਰਿੰਦਰ ਕੋਲ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਮੈਂ ਪ੍ਰੇ ਕਰੂੰਗਾ। ਹਾਂਜੀ, ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਸੱਚੀ ਮੁੱਚ ਯਿਸੂ ਮਸੀਹ ਦਾ ਨਾਮ ਬਹੁਤ ਸ਼ਕਤੀ ਵਾਲਾ ਨਾਮ ਆ।
ਪਰ ਅਫਸੋਸ ਆ, ਉਹ ਨਾਂ ਸਾਰੇ ਨਹੀਂ ਵਰਤ ਸਕਦੇ ਹੈਗੇ। ਉਹਨਾਂ ਨੂੰ ਹੀ ਵਰਤਣ ਦਾ ਹੱਕ ਹੋਣਾ ਜਿਹੜਾ ਉਹਦੇ ਪਰਿਵਾਰ ਦੇ ਵਿੱਚ ਜਨਮ ਲੈ ਲੈਂਦਾ ਹੈ। ਤੇ ਇਹ ਸਵਾਲ ਉੱਠਦਾ ਹੈ ਕਿ ਜਨਮ ਕਿੱਦਾਂ ਲੈਣਾ ਹੈ। ਯਿਸੂ ਮਸੀਹ ਇੱਕ ਪਵਿੱਤਰ ਸੀਗੇ, ਪਿਤਾ ਪਰਮੇਸ਼ਰ ਪਵਿੱਤਰ ਵਾ, ਤਾਂ ਹੀ ਜਦੋਂ ਅਸੀਂ ਪਾਪਾਂ ਦੇ ਵਿੱਚ ਫਸ ਗਏ ਐਡਮ ਤੇ ਈਵ ਦੇ ਕਰਕੇ, ਅਸੀਂ ਉਸ ਪਰਿਵਾਰ ਦੇ ਵਿੱਚੋਂ ਅਲੱਗ ਹੋ ਗਏ ਸੀ। Amen. ਪਰ ਇਹ ਪਿਤਾ ਪਰਮੇਸ਼ਰ ਨੇ ਫਿਰ ਇੱਕ ਜਰੀਆ ਬਣਾਤਾ, ਯਿਸੂ ਮਸੀਹ ਨੂੰ ਇਸੇ ਕਰਕੇ ਦੁਨੀਆ ਦੇ ਵਿੱਚ ਭੇਜ ਦਿੱਤਾ ਕਿ ਉਹ ਸਾਡੀ ਪਾਪਾਂ ਦੀ ਖਾਤਰ ਕ੍ਰਾਸ ਦੇ ਉੱਤੇ ਆਪਣੀ ਜਾਨ ਦੇ ਦੇਣ। Yeah. ਬਹੁਤ ਲੋਕ ਪ੍ਰਭੂ ਕਹਿ ਸਕਦੇ, ਉਹ ਕਹਿੰਦੇ ਅਸੀਂ ਯਿਸੂ ਮਸੀਹ ਨੂੰ ਵੀ ਮੰਨਦੇ ਹਾਂ। Yeah. ਬਹੁਤ ਲੋਕ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਹੈਗੇ, ਕਹਿੰਦੇ ਉਹ ਵੀ ਹੋਰਨਾਂ ਗੁਰੂਆਂ ਵਰਗਾ ਹੀ ਹੋਇਆ। ਪਰ ਇਹਦੇ ਨਾਲ ਤੁਸੀਂ ਉਹਦਾ ਹੱਕ ਨਹੀਂ ਪਾ ਸਕਦੇ ਜੀਵਨ ਦੇ ਵਿੱਚ ਜਾਣ ਨੂੰ, ਉਸ ਪਰਿਵਾਰ ਦੇ ਵਿੱਚ ਹੱਕ ਨਹੀਂ ਲੈ ਸਕਦੇ। ਜਿੱਦਾਂ ਕਿ ਆਪਾਂ ਕਹਿੰਦੇ ਆ ਕਿ ਇਹ ਮੇਰੇ ਪੇਵਾਂ ਵਰਗਾ ਆ, ਉਹ ਮੇਰੀ ਮਾਂ ਵਰਗੀ ਆ, ਪਰ ਤੁਸੀਂ ਉਹਨਾਂ ਦੇ ਪਰਿਵਾਰ ਦਾ ਨਾਂ ਤਾਂ ਨਹੀਂ ਲੈ ਸਕਦੇ ਜਿਹੜੇ ਹੈਗੇ ਆ ਉਹਨਾਂ ਵਰਗੇ। ਪਰ ਉਹੋ ਹੀ ਹੱਕ ਲੈਣਗੇ ਜਿਹੜੇ ਉਹਨਾਂ ਦੇ ਧੀਆਂ ਪੁੱਤ ਹੋਣਗੇ। ਜੇ ਤੁਹਾਡੇ ਘਰ ਦੇ ਵਿੱਚ 5 ਬੇਟੇ ਆ ਜਾਂ 4 ਬੇਟੇ ਆ ਜਾਂ 2 ਬੇਟੇ ਤੇ 2 ਲੜਕੀਆਂ ਆ, ਉਹਨਾਂ ਦੇ ਨਾਲ ਹੀ ਤੁਹਾਡਾ ਨਾਂ ਜਿਹੜਾ ਆ ਉਹਨਾਂ ਦੇ ਨਾਲ ਹੀ ਲੱਗਣਾ ਆ। ਉਹਨਾਂ ਨੂੰ ਹੀ ਕਿਹਾ ਜਾਣਾ ਕਿ ਇਹ ਮੇਰੇ ਬੱਚੇ ਆ, ਇਹ ਮੇਰੇ ਮਾਂ-ਬਾਪ ਆ। ਲੋਕਾਂ ਨੇ ਕਹਿਣਾ ਇਹ ਫਲਾਣੇ ਦਾ ਬੇਟਾ ਆ। ਪਰ ਜਿਹੜੇ ਤੁਹਾਡੇ ਪਿੰਡ ਦੇ ਹੋਣੇ ਆ, ਤੁਹਾਡੀ ਉਮਰ ਦੇ ਹੋਣੇ ਆ, ਤੁਹਾਡੀ ਉਮਰ ਦੇ ਲਾਗੇ ਛਾਗੇ ਹੋਣੇ ਆ, ਉਹਨਾਂ ਦੇ ਬੱਚੇ ਨਹੀਂ ਉਹ ਕਹਾਏ ਜਾਣੇ, ਉਹ ਉਹਨਾਂ ਦੇ ਹੀ ਕਹਾਏ ਜਾਣੇ ਜਿਹੜੇ ਉਹਨਾਂ ਨੂੰ ਬਿਲੋਂਗ ਕਰਦੇ। ਸੋ ਤੁਸੀਂ ਇਸ ਚੀਜ਼ ਦਾ ਬਹੁਤ ਖਿਆਲ ਰੱਖੋ ਕਿ ਤੁਸੀਂ ਉਹਨਾਂ ਵਰਗੇ ਕਹਿੰਦੇ ਆ ਪ੍ਰਭੂ ਯਿਸੂ ਮਸੀਹ ਨੂੰ, ਜਾਂ ਆਪਣੇ ਦਿਲ ਵਿੱਚ ਸਾਧਦੇ ਆ ਕਿ ਯਿਸੂ ਮਸੀਹ ਨੇ ਮੇਰੇ ਪਾਪਾਂ ਦੀ ਖਾਤਰ ਕ੍ਰਾਸ ਦੇ ਉੱਤੇ ਜਾਨ ਦਿੱਤੀ ਆ, ਤੇ ਮੈਂ ਇਹਨੂੰ ਕਬੂਲ ਕਰਦਾ ਤੇ ਆਪਣੇ ਪਾਪਾਂ ਦੀ ਮਾਫੀ ਮੰਗ ਕੇ ਮੈਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਪਣੀ ਮੁਕਤੀ ਕਬੂਲ ਕਰਦਾ ਹੈ। ਉਹਨਾਂ ਵਰਗੇ ਨਹੀਂ ਹੈਗੇ, ਡਿਫਰੈਂਟਸ ਆ। ਬਹੁਤ ਲੋਕ ਕਹਿੰਦੇ ਸਾਰੇ ਇੱਕੋ ਹੀ ਆ। ਆਪਾਂ ਇੱਥੇ ਧਰਮ ਦੀ ਗੱਲ ਨਹੀਂ ਕਰਦੇ ਹੈਗੇ, ਇੱਕ ਰਿਸ਼ਤਾ ਜੋੜਨ ਦੀ ਗੱਲ ਕਰਦੇ ਹਾਂ। ਕਿਸੇ ਪਰਿਵਾਰ ਦੇ ਵਿੱਚ ਜਦੋਂ ਬੱਚਾ ਹੁੰਦਾ ਹੈ ਉਦੋਂ ਹੀ ਰਿਸ਼ਤਾ ਜੁੜਦਾ ਹੈ। ਉਹ ਜੇ ਪੇਟ ਦੇ ਵਿੱਚ ਵੀ ਮਿਸਕੈਰੇਜ ਹੋ ਜਾਵੇ, ਬੱਚੇ ਜਨਮ ਨਾ ਲਵੇ, ਤਾਂ ਉਹਨੂੰ ਵੀ ਨਾਂ ਨਹੀਂ ਦਿੱਤਾ ਜਾਂਦਾ। ਨਾ ਉਹਨਾਂ ਨੂੰ ਹੀ ਮਿਲਦਾ ਆ ਜਿਹੜੇ ਉਸ ਪਰਿਵਾਰ ਦੇ ਵਿੱਚ ਜਨਮ ਲੈਂਦੇ ਆ, ਤੇ ਉਹਨਾਂ ਦੇ ਕੋਲ ਹੀ ਫਿਰ ਹੱਕ ਹੁੰਦਾ ਹੈ। ਜਿਹੜੀ ਕੁੰਜੀ ਦੀ ਗੱਲ ਕਰਦੇ ਆ, ਤੁਸੀਂ ਸਾਰੇ ਲੋਕਾਂ ਨੂੰ ਆਪਣੇ ਘਰ ਦੀ ਕੁੰਜੀ ਨਹੀਂ ਦਿੰਦੇ ਹੈਗੇ। That's right. ਤੁਸੀਂ ਆਪਣੀ ਵਿਲ ਦੇ ਵਿੱਚ ਲੋਕਾਂ ਨੂੰ ਨਹੀਂ ਪਾਉਂਦੇ ਹੈਗੇ, ਉਹਨਾਂ ਨੂੰ ਪਾਉਂਦੇ ਆ ਜਿਹੜੇ ਤੁਹਾਡੇ ਵਾਰਿਸ ਵਾ। ਤੇ ਇਸੇ ਤਰ੍ਹਾਂ ਯਿਸੂ ਮਸੀਹ ਦਾ ਨਾਮ ਲੈ ਕੇ ਸਾਰੇ ਲੋਕ ਕੁੰਜੀ ਨਹੀਂ ਪਾ ਸਕਦੇ। ਉਹਨਾਂ ਨੂੰ ਮਿਲਣੀ ਹੈ ਜਿਹਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਬਣਾ ਲਿਆ ਹੈ। ਸੋ ਬਹੁਤ ਸੌਖਾ ਆ ਅਸੀਂ ਆਪਣੇ ਪਾਪਾਂ ਦੇ ਬੋਝ ਤੋਂ ਹਲਕੇ ਹੋ ਕੇ ਉਹ ਸ਼ਕਤੀ ਪਾ ਲਈਏ ਜਿਹੜੀ ਇਸ ਦੁਨੀਆ ਦੇ ਵਿੱਚ ਰਹਿਣ ਵਾਸਤੇ ਸਾਨੂੰ ਜ਼ਰੂਰਤ ਵਾ, ਤੇ ਸਵਰਗਾਂ ਦੇ ਬੂਹੇ ਸਾਡੇ ਵਾਸਤੇ ਖੁੱਲ ਸਕਦੇ ਆ ਤੇ ਨਰਕਾਂ ਦੇ ਬੂਹੇ ਸਾਡੇ ਲਈ ਬੰਦ ਹੋ ਸਕਦੇ ਆ। ਫਿਰ ਲੋਕ ਕਹਿੰਦੇ ਆ ਕਿ ਨਹੀਂ ਦੇਖਿਆ, ਠੀਕ ਵਾ, ਕਈਆਂ ਨੇ, ਮੇਰੇ ਖਿਆਲ ਬਹੁਤਿਆਂ ਨੇ ਨਹੀਂ ਦੇਖਿਆ ਜਿਨ੍ਹਾਂ ਨੇ ਵੀ ਜਿਹੜੇ ਇੱਥੇ ਆ। ਪਰ ਆਪਾਂ ਨੂੰ ਕੁਛ ਨਾ ਕੁਛ ਨੇਚਾ ਕਰਨੀ ਪੈਣੀ ਆ ਕਿ ਤੁਸੀਂ ਫੈਸਲਾ ਲੈਣਾ ਪੈਣਾ ਆ ਕਿਹੜੀ ਫਲਾਈਟ ਦੇ ਵਿੱਚ ਜਾਣਾ ਹੈ। ਇੱਕ ਨਰਕਾਂ ਨੂੰ ਫਲਾਈਟ ਜਾਣੀ ਹੈ ਤੇ ਇੱਕ ਸਵਰਗਾਂ ਨੂੰ। ਫੈਸਲਾ ਕਰ ਲਓ, ਦੇਖੇ ਹੋਣ ਜਾਂ ਨਾ ਦੇਖੇ ਹੋਣ। ਐਰੋਪਲੇਨ ਵੀ ਤੁਸੀਂ ਪਹਿਲਾਂ ਨਹੀਂ ਦੇਖੇ ਸੀਗੇ, ਪਰ ਬੈਠ ਕੇ ਹੀ ਪਤਾ ਲੱਗਾ, ਉੱਥੇ ਜਾ ਕੇ ਹੀ ਪਤਾ ਲੱਗ ਜਾਣਾ ਹੈ ਕਿ ਨਰਕ ਵੀ ਹੈਗੇ ਤੇ ਸਵਰਗ ਵੀ ਹੈਗੇ। ਤੇ ਦਿਲ ਦੇ ਵਿੱਚ ਆਪਾਂ ਸਾਰੇ ਇਸ ਚੀਜ਼ ਦੇ ਉੱਤੇ ਯਕੀਨ ਕਰਦੇ ਹਾਂ ਵੀ ਸਾਨੂੰ ਕਿਤੇ ਨਾ ਕਿਤੇ ਜਾਣਾ ਪੈਣਾ ਹੈ। ਸੋ ਉਹ ਤੇ ਪਰਦਾ ਨਾ ਪਾ ਲਈਏ, ਜਦੋਂ ਉੱਥੇ ਪਹੁੰਚ ਕੇ ਫਿਰ ਦੇਖਾਂਗੇ ਟੂ ਲੇਟ ਹੋਣਾ ਹੈ। ਅੱਜ ਸਾਨੂੰ ਇਸ ਨਾਂ ਦੀ ਪਛਾਣ ਕਰਕੇ ਫ੍ਰੀ ਆ, ਫਲਾਈਟ ਦੇ ਵਿੱਚ ਫੜਨ ਨੂੰ ਤੁਹਾਨੂੰ ਕੀਮਤ ਦੇਣੀ ਪੈਣੀ ਹੈ। ਇਸ ਫਲਾਈਟ ਦੇ ਵਿੱਚ ਯਿਸੂ ਮਸੀਹ ਦੇ ਨਾਂ ਦੇ ਵਿੱਚ ਸਾਨੂੰ ਫ੍ਰੀ ਗਿਫਟ ਆ ਕਿ ਮੁਕਤੀ ਵੀ ਮਿਲਦੀ ਹੈ ਤੇ ਸਵਰਗਾਂ ਦੇ ਵਿੱਚ ਰਾਜ ਵੀ ਮਿਲਣਾ ਆ, ਤੇ ਇਸ ਦੁਨੀਆ ਦੇ ਵਿੱਚ ਅਸੀਂ ਉਹ ਸ਼ਕਤੀ ਪਾ ਸਕਦੇ ਹਾਂ ਜਿਹਦੇ ਨਾਲ ਵੈਰੀ ਦਾ ਮੁਕਾਬਲਾ ਕਰ ਸਕਦੇ ਹਾਂ। ਕਿਹੜੇ ਨਾਂ ਦੇ ਵਿੱਚ? ਯਿਸੂ ਮਸੀਹ ਦੇ ਨਾਂ ਵਿੱਚ। ਪਰ ਉਹ ਹਰੇਕ ਜਿਹੜਾ ਮਰਜ਼ੀ ਉੱਠ ਕੇ ਤੁਰ ਕੇ ਕਹਿ ਨਹੀਂ ਸਕਦਾ ਕਿ ਮੇਰਾ ਪਿਤਾ ਆ ਤਾਂ ਮੈਂ ਇਹਨੂੰ
ਮੇਰੇ ਇਹਦੇ ਨਾਂ ਦੇ ਵਿੱਚ ਕਰਦਾ ਹੈ, ਜਿੰਨਾ ਚਿਰ ਉਹਨੂੰ ਆਪਣਾ ਪਿਤਾ ਨਹੀਂ ਬਣਾਉਂਦਾ ਹੈ। ਹੱਕ ਸਾਰਿਆਂ ਲਈ ਹੈ ਕਰਕੇ ਯਿਸੂ ਮਸੀਹ ਦੇ ਕਿਹਾ ਜੌਨ 3:16 ਵਿੱਚ ਕਿ ਪਰਮੇਸ਼ਰ ਨੇ ਜਗਤ ਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਜਗਤ ਨੂੰ ਪਿਆਰ ਕੀਤਾ, ਪਰ ਜਿਹੜੇ ਉਹ ਤੇ ਨੇਚਾ ਕਰਨਗੇ ਉਹ ਹੀ ਬਚਾਏ ਜਾਣਗੇ। ਸੋ ਡਿਫਰੈਂਟ ਵਾ ਨੇਚਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਯਿਸੂ ਮਸੀਹ ਮੇਰੇ ਵਾਸਤੇ ਆਇਆ, ਯਿਸੂ ਮਸੀਹ ਨੂੰ ਮੇਰੇ ਪਾਪਾਂ ਦੀ ਖਾਤਰ ਸਜ਼ਾ ਮਿਲੀ ਆ। ਯਿਸੂ ਮਸੀਹ ਦੇ ਕੋਲ ਮੈਂ ਆਪਣੇ ਪਾਪ ਛੱਡ ਦਿੰਨੀ ਆ। ਪਾਪ ਆਪਾਂ ਬੋਝ ਕਿਉਂ ਲਈ ਫਿਰਦੇ ਆ? ਕਾਹਤੇ ਬੁਰੇ ਸੁਭਾਅ ਲਈ ਫਿਰਦੇ ਆ? ਕਾਹਤੇ ਉਹ ਸਜ਼ਾ ਭੋਗਣੀ ਆ ਜਿਹੜੀ ਨਰਕਾਂ ਦੇ ਵਿੱਚ ਸਦਾ ਦੀ ਅੱਗ ਵਾ, ਜਦ ਸਾਨੂੰ ਕੋਈ ਕੀਮਤ ਵੀ ਨਹੀਂ ਦੇਣੀ ਪੈਣੀ ਤੇ ਫ੍ਰੀ ਯਿਸੂ ਮਸੀਹ ਨੇ ਸਾਨੂੰ ਦਿੱਤਾ। ਉਹਨਾਂ ਨੇ ਕੀਮਤ ਦੇ ਦਿੱਤੀ ਆ। ਤੁਹਾਡੇ ਮਾਂ-ਬਾਪ ਕਈ ਵਾਰੀ ਜਾਇਦਾਦ ਤੁਹਾਡੇ ਲਈ ਛੱਡ ਕੇ ਜਾਂਦੇ ਆ ਤੇ ਤੁਸੀਂ ਉਹਦੇ ਲਈ ਕੋਈ ਕੰਮ ਨਹੀਂ ਕੀਤਾ ਹੁੰਦਾ। ਇਸੇ ਤਰ੍ਹਾਂ ਯਿਸੂ ਮਸੀਹ ਨੇ ਸਾਡੇ ਵਾਸਤੇ ਸਾਰਾ ਕੁਝ ਤਿਆਰ ਕਰਕੇ ਸਾਡੇ ਲਈ ਆਪਣਾ ਨਾਮ ਵੀ ਦੇ ਦਿੱਤਾ ਹੈ। ਉਹਨੂੰ ਕਬੂਲ ਹੀ ਕਰਨਾ ਪੈਣਾ ਹੈ। ਆਮੇਨ। ਆਮੇਨ। ਸੋ ਤੁਸੀਂ ਇਸ ਚੀਜ਼ ਦਾ ਖਿਆਲ ਰੱਖੋ ਕਿ ਉਦੋਂ ਹੀ ਤੁਹਾਡੇ ਕੋਲ ਸ਼ਕਤੀ ਆਉਣੀ ਆ ਜਦੋਂ ਉਸ ਫੈਮਿਲੀ ਦੇ ਮੈਂਬਰ ਬਣ ਗਏ। ਤੇ ਦੂਸਰਾ ਪਾਸਟਰ ਜੀ ਨੇ ਕਿਹਾ ਕਿ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ। ਪਾਸਟਰ ਵੀ ਨੇਚਾ ਕਰਦੇ ਆ, ਪ੍ਰੋਫਿਟਸ ਵੀ ਨੇਚਾ ਕਰਦੇ ਆ, ਪਰ ਮੈਂ ਇੱਥੇ ਕਲੀਅਰ ਕਰਦੀ ਆ ਕਿ ਆਪਾਂ ਇਕੱਲਾ ਉਹਨਾਂ ਤੇ ਭਰੋਸਾ ਨਹੀਂ ਰੱਖਣਾ ਕਿ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਆ, ਕਿਸੇ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ ਆ, ਕਿਸੇ ਨੂੰ ਬਚਨ ਸੁਣਾਉਣ ਦੀ ਲੋੜ ਆ, ਤੇ ਤੂੰ ਪਾਸਟਰਾਂ ਤੇ ਨਵੀਆਂ ਦੀ ਜਾਂ ਹੋਰ ਵੱਡੇ ਲੋਕ ਜਿਹੜੇ ਮੰਨੇ ਹੋਏ ਆ ਉਹਨਾਂ ਦੀ ਵੇਟ ਕਰੀਏ। ਨਹੀਂ, ਤੁਹਾਡੇ ਕੋਲ ਵੀ ਉਹ ਯਿਸੂ ਮਸੀਹ ਦਾ ਨਾਮ ਹੋਣਾ ਹੈ। ਤੁਸੀਂ ਵੀ ਉੱਥੇ ਉਹ ਕੰਮ ਕਰ ਸਕਦੇ ਆ। ਜਿਹੜੀ ਸ਼ਕਤੀ ਇਹਨਾਂ ਨੂੰ ਸਾਰਿਆਂ ਨੂੰ ਦਿੱਤੀ ਗਈ ਆ, ਵੱਡੇ ਅਹੁਦੇ ਵਾਲਿਆਂ ਨੂੰ, ਉਹ ਤੁਹਾਡੇ ਕੋਲ ਵੀ ਆ। ਸੋ ਤੁਸੀਂ ਵੀ ਕਰ ਸਕਦੇ। ਇਹੀ ਫਰਕ ਆ। ਨਹੀਂ ਤਾਂ ਪਾਸਟਰਾਂ ਕੋਲ ਵੀ ਉਹੀ ਸ਼ਕਤੀ ਹੋਣੀ ਜੇ ਉਹ ਬਲੀਵਰ ਆ, ਤੇ ਜੇ ਤੁਸੀਂ ਕੰਗਰੀਗੇਸ਼ਨ ਦੇ ਮੈਂਬਰ ਹੋ, ਫੈਮਿਲੀ ਦੇ ਮੈਂਬਰ ਹੋ, ਤੇ ਤੁਹਾਡੇ ਕੋਲ ਵੀ ਉਹੀ ਸ਼ਕਤੀ ਹੈ। ਆਮੇਨ। ਕਈ ਵਾਰੀ ਇੰਨਾ ਫਰਕ ਹੁੰਦਾ, ਉਹਨਾਂ ਕੋਲ ਥੋੜਾ ਐਕਸਪੀਰੀਅੰਸ ਹੁੰਦਾ, ਜਿੱਦਾਂ ਤੁਹਾਡੇ ਮਾਂ-ਬਾਪ ਕੋਲ ਬੱਚਿਆਂ ਨਾਲੋਂ ਥੋੜਾ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ ਹੈ, ਪਰ ਸ਼ਕਤੀ ਤੁਹਾਡੇ ਕੋਲ ਵੀ ਹੈ ਨਹੀਂ। ਸੋ ਪ੍ਰਭੂ ਦੀ ਵਡਿਆਈ ਹੋਵੇ। ਇਸ ਬਚਨ ਨੂੰ ਤੁਸੀਂ ਫੇਰ ਸੁਣਨਾ ਤੇ ਫੇਰ ਧਿਆਨ ਦੇਣਾ, ਤੇ ਜਿੱਥੇ ਨਹੀਂ ਸਮਝ ਲੱਗਦੀ ਪਵਿੱਤਰ ਆਤਮਾ ਜੀ ਆਪ ਤੁਹਾਨੂੰ ਸਮਝਾ ਸਕਦੇ। ਆਮੇਨ। ਆਮੇਨ। ਆਜੋ ਆਪਾਂ ਪ੍ਰੇ ਕਰੀਏ। ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ ਜਿਹੜਾ ਅੱਜ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦਣਾ ਚਾਹੁੰਦੇ ਆ, ਜਿਹੜੇ ਪਾਪਾਂ ਤੋਂ ਤੋਬਾ ਕਰਨਾ ਚਾਹੁੰਦੇ, ਪਰਮੇਸ਼ਰ ਦੇ ਬੇਟੇ ਬੇਟੀਆਂ ਬਣਨਾ ਚਾਹੁੰਦੇ ਆ। ਆਪਾਂ ਇੱਥੇ ਕੋਈ ਮਜ਼ਹਬ ਚੇਂਜ ਕਰਨ ਦੀ ਗੱਲ ਨਹੀਂ ਕਰ ਰਹੇ। ਆਪਾਂ ਪਰਮੇਸ਼ਰ ਪਿਤਾ ਦੇ ਨਾਲ ਰਿਸ਼ਤਾ ਬਣਾਉਣ ਦੀ ਗੱਲ ਕਰ ਰਹੇ ਹਾਂ। ਆਪਾਂ ਪਰਮੇਸ਼ਰ ਦੇ ਬੇਟੇ ਬੇਟੀਆਂ ਬਣਨ ਦੀ ਗੱਲ ਕਰ ਰਹੇ ਹਾਂ। ਆਪਾਂ ਯਿਸੂ ਮਸੀਹ ਨੂੰ ਨਾਂ ਵਰਤਣ ਦਾ ਹੱਕ ਦੀ ਗੱਲ ਕਰ ਰਹੇ ਹਾਂ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਬਹੁਤ ਭੈਣ ਭਰਾਵਾਂ ਅੱਜ ਤੁਹਾਡਾ ਬਚਨ ਸੁਣਿਆ, ਤਾਂ ਸਵਰਗ ਪਿਤਾ ਉਹ ਵੀ ਤੁਹਾਡੇ ਨਾਂ ਨੂੰ ਵਰਤਣਾ ਚਾਹੁੰਦੇ, ਤੁਹਾਡੇ ਨਾਲ ਚੱਲਣਾ ਚਾਹੁੰਦੇ ਆ, ਪਾਪਾਂ ਦੀ ਮਾਫੀ ਚਾਹੁੰਦੇ ਆ। ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਜਦੋਂ ਉਹ ਤੁਹਾਡੇ ਮੋਹਰੇ ਬਹਿ ਕੇ ਤੁਹਾਡੇ ਕੋਲ ਮਾਫੀ ਮੰਗਦੇ ਆ, ਸਵਰਗ ਪਿਤਾ ਤੁਸੀਂ ਕਿਹਾ ਸੀ ਜਿਹੜਾ ਵੀ ਤੁਹਾਡੇ ਕੋਲ ਆਊਗਾ ਤੇ ਉਹ ਆ ਕੇ ਤੋਬਾ ਕਰੂਗਾ, ਤੁਸੀਂ ਉਹਨਾਂ ਨੂੰ ਮਾਫ ਕਰ ਦੋਗੇ। ਕਰਕੇ ਯਿਸੂ ਮਸੀਹ ਨੇ ਸਾਡੀ ਸਜ਼ਾ ਕ੍ਰੋਸ ਤੋਂ ਚੱਕ ਲਈ ਸੀਗੀ। ਇਸ ਕਰਕੇ ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਵਿੱਚ ਕਰਦੇ ਹਾਂ। ਆਮੇਨ। ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਇਸ ਵੇਲੇ ਬਿਮਾਰੀਆਂ ਥੱਲੇ, ਕੈਂਸਰ ਥੱਲੇ ਜਾਂ ਹੋਰ ਕੋਈ ਸੀਰੀਅਸ ਬਿਮਾਰੀਆਂ ਦੇ ਥੱਲੇ ਆ, ਤੇ ਆਪਾਂ ਯਿਸੂ ਮਸੀਹ ਨਾਂ 'ਚ ਹੁਕਮ ਦੇਣਾ, ਡਿਪਰੈਸ਼ਨ ਹੋਵੇ, ਅਪਰੈਸ਼ਨ ਹੋਵੇ, ਜਾਂ ਕੋਈ ਦੁਸ਼ ਆਤਮਾ ਦੀ ਆਤਮਾ ਹੋਵੇ, ਉਹਨੂੰ ਛੱਡ ਕੇ ਜਾਣਾ ਪੈਣਾ। ਕਰਕੇ ਇਸ ਕਰਕੇ ਨਹੀਂ ਕਰਕੇ ਜਗਦੀਸ਼ ਹੁਕਮ ਦਿੰਦਾ, ਇਸ ਕਰਕੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਪਾਵਰ ਆ, ਉਹਦੇ ਨਾਂ ਦੇ ਵਿੱਚ ਸ਼ਕਤੀ ਆ। ਆ ਜਾਓ ਆਪਾਂ ਪ੍ਰੇ ਕਰੀਏ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਅਸੀਂ ਇਸ ਵੇਲੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਕੈਂਸਰ ਨੂੰ, ਦਿਲ ਦੀ ਬਿਮਾਰੀ ਨੂੰ, ਖੂਨ ਦੀ ਬਿਮਾਰੀਆਂ ਨੂੰ, ਜੋ ਵੀ ਸਰੀਰ ਦੇ ਵਿੱਚ ਇਸ ਵੇਲੇ ਕਿਸੇ ਦੀ ਬਿਮਾਰੀ ਆ, ਕੋਈ ਦਰਦ ਆ, ਤਾਂ ਸਵਰਗ ਪਿਤਾ ਜਾਂ ਕੋਈ ਕਿਡਨੀ ਦੀ ਬਿਮਾਰੀ ਆ, ਜਾਂ ਸਵਰਗ ਪਿਤਾ ਕੋਈ ਬੁਰੀ ਆਦਤ ਆ, ਜਿੱਥੇ ਸ਼ਰਾਬਾਂ ਦੀ ਜਾਂ ਹੋਰ ਕੋਈ ਨਸ਼ੇ ਦੀ ਆਦਤ ਆ, ਅਸੀਂ ਯਿਸੂ ਮਸੀਹ ਦੇ ਨਾਂ 'ਚ ਹੁਕਮ ਦਿੰਦੇ ਹਾਂ, ਐਸੇ ਵੇਲੇ ਛੱਡ ਕੇ ਚੱਲ ਜਾਵੇ। ਸਵਰਗ ਪਿਤਾ ਜਿੱਥੇ ਦੁਸ਼ ਆਤਮਾ ਕਿਸੇ ਭੈਣ ਭਰਾਵਾਂ ਨੂੰ ਸਤਾ ਰਹੇ ਆ, ਅਸੀਂ ਉਹਨਾਂ ਨੂੰ ਯਿਸੂ ਮਸੀਹ ਨਾਲ ਹੁਕਮ ਦਿੰਦੇ ਆ, ਐਸੇ ਵੇਲੇ ਛੱਡ ਕੇ ਚੱਲ ਜਾ। ਜਿਨ੍ਹਾਂ ਨੂੰ ਜਕੜਿਆ ਆ, ਬਹੁਤ ਚਿਰ ਦੇ ਛੱਡਦੇ ਨਹੀਂ ਹੈਗੇ,
ਅਸੀਂ ਉਹਨਾਂ ਨੂੰ ਯਿਸੂ ਮਸੀਹ ਦੇ ਨਾਂ 'ਚ ਹੁਕਮ ਦਿੰਦੇ ਆ, ਤੁਹਾਨੂੰ ਛੱਡ ਕੇ ਜਾਣਾ ਪੈਣਾ। ਯਿਸੂ ਮਸੀਹ ਨੇ ਤੁਹਾਨੂੰ ਹਰਾਤਾ ਸੀ, ਉਹਦੇ ਨਾਂ ਦੇ ਵਿੱਚ, ਉਹਦੇ ਨਾਂ ਦੇ ਵਿੱਚ, ਉਸ ਮਸਾ ਦੇ ਵਿੱਚ ਅਸੀਂ ਤੁਹਾਨੂੰ ਹੁਕਮ ਦੇ ਰਹੇ ਹਾਂ। ਯਿਸੂ ਮਸੀਹ ਦੇ ਨਾਂ ਦੇ ਵਿੱਚ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ, ਉਹਨਾਂ ਨੂੰ ਫ੍ਰੀ ਹੋਣਾ ਪੈਣਾ ਤੇ ਉਹਨਾਂ ਨੂੰ ਛੱਡ ਕੇ ਜਾਣਾ ਪੈਣਾ। ਮੈਂ ਯਿਸੂ ਮਸੀਹ ਦੇ ਨਾਂ 'ਚ ਹੁਕਮ ਦਿੰਦਾ ਆ। ਆਮੇਨ। ਇਹ ਜਿਹੜੀ ਅੱਜ ਦਾ ਮੈਸੇਜ ਆ, ਜ਼ਰੂਰ ਜਿੰਨੇ ਵੀ ਤੁਹਾਡੇ ਕੋਲ ਕੰਟੈਕਟਸ ਹੈ ਉਹਨਾਂ ਨੂੰ ਭੇਜਣਾ, ਉਹਨਾਂ ਦੀ ਮਦਦ ਹੋਵੇ ਤੇ ਉਹ ਵੀ ਇਸ ਨਾਂ ਨੂੰ ਵਰਤਣ ਲੱਗਣ ਤੇ ਇਸ ਨਾਂ ਦੇ ਵਿੱਚ ਫਰੀडम ਪਾਉਣ, ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੇਨ। ਮੈਂ ਫਿਰ ਕਹਿੰਦੀ, ਨਿਸ਼ਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ। ਜਿਨ੍ਹਾਂ ਨੇ ਆਪਾਂ ਪ੍ਰਾਰਥਨਾ ਕਰਦੇ, ਜਿਹੜੀ ਪ੍ਰਾਰਥਨਾ ਕਰਦੇ, ਉਹਨਾਂ ਨੂੰ ਨਿਸ਼ਚਾ ਵਿੱਚ ਅੜਨਾ ਪੈਣਾ ਹੈ। ਪ੍ਰੇਜ਼ ਦ ਲਾਰਡ। ਆਪਾਂ ਫਿਰ ਜਿੱਦਾਂ ਕਹਿੰਦੀ ਹੁੰਦੀ ਆ, ਬੀ ਬਲੈਸਡ ਟੂ ਬੀ ਬਲੈਸ ਅਦਰਸ। ਤੁਸੀਂ ਬਰਕਤਾਂ ਪਾਵੋ ਦੂਜਿਆਂ ਨੂੰ ਬਰਕਤਾਂ ਦੇਣ ਵਾਸਤੇ। ਆਮੇਨ, ਆਮੇਨ, ਦੈਟਸ ਰਾਈਟ। ਜੇ ਆਪਣੇ ਕੋਲ ਬਰਕਤਾਂ ਹੈ ਫਿਰ ਆਪਾਂ ਦੂਜਿਆਂ ਨੂੰ ਵੀ ਦੇ ਸਕਦੇ ਹਾਂ। ਆਮੇਨ। ਤੇ ਜੇ ਯਿਸੂ ਮਸੀਹ ਨਹੀਂ ਆਏ ਉਦੋਂ ਤੱਕ ਕਿ ਉਹਨਾਂ ਦੀ ਆਮਦਨ ਬਹੁਤ ਲਾਗੇ ਆ, ਬਹੁਤ ਲਾਗੇ ਟਾਈਮ ਆ ਚੁੱਕਾ ਆ ਕਿ ਉਹ ਦੂਸਰੀ ਵਾਰ ਆਪਣੀ ਕਲੀਸਿਆ ਨੂੰ, ਆਪਣੇ ਬੱਚਿਆਂ ਨੂੰ ਲੈਣ ਆ ਰਹੇ ਆ। ਤੇ ਆਪਾਂ ਤਿਆਰ ਰਹਿਣਾ ਆ। ਤੇ ਜੇ ਆ ਗਏ ਤਾਂ ਆਪਾਂ ਸਵਰਗਾਂ ਦੇ ਵਿੱਚ ਮਿਲਣਾ, ਤੇ ਜੇ ਨਹੀਂ ਆਏ ਤੇ ਆਪਾਂ ਸੰਡੇ ਨੂੰ 3:30 ਵਜੇ ਫੇਰ ਮਿਲਾਂਗੇ। ਦੈਟਸ ਰਾਈਟ। ਤੇ ਫਰਾਈਡੇ ਨੂੰ ਵੀ ਫੇਰ ਆਪਾਂ ਮਿਲਾਂਗੇ 3:30 ਸੇਮ ਟਾਈਮ। ਥੈਂਕ ਯੂ। ਗॉड ब्लेस। जय मसीह। ਜੈ ਮਸੀਹ। Praise the Lord.